ਇਹ ਅੰਦੋਲਨ ਹੈ, ਕਿਸੇ ਕੌਜ਼ ਲਈ ਨਹੀਂ ਹੈ, ਕਿਸਾਨ ਹਿੱਤਾਂ ਲਈ ਨਹੀਂ ਹੈ, ਇਹ ਸਿਆਸਤ ਲਈ ਹੈ। ਇਹ ਕਾਨੂੰਨ ਐਕਚੁਅਲੀ ਕੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਨੇ ਬਣਵਾਏ। ਕਿਸਾਨ ਸਿੱਧੇ ਹੁਣ ਆਪਣੀਆਂ ਗੱਲਾਂ ਮਨਵਾ ਲੈਣ, ਜੋ ਕਰਵਾਉਣਾ ਚਾਹੁੰਦੇ ਆ ਕਰਵਾ ਲੈਣ, ਮੋਦੀ ਜੀ ਤਿਆਰ ਨੇ। ਸਰਹੱਦਾਂ ਦੇ ਉੱਤੇ ਕਿਸਾਨ ਲਗਾਤਾਰ ਜਿਹੜੇ ਅਕਾਲ ਚਲਾਣਾ ਵੀ ਕਰ ਰਹੇ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਆਮ ਜਥੇਬੰਦੀਆਂ, ਕਾਂਗਰਸ ਤੇ ਆਮ ਆਦਮੀ ਇਹ ਨੇ ਜ਼ਿੰਮੇਦਾਰ। ਰਾਜੇਵਾਲ ਜੀ ਕਹਿੰਦੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜੂ। ਪਹਿਲੀ ਗੱਲ ਤਾਂ ਇਹ ਝੂਠ ਆ, ਨਾ ਜ਼ਮੀਨਾਂ ਤੇ ਕਬਜ਼ਾ ਹੋਇਆ ਤੇ ਨਾ ਹੋਣਾ। ਕਿ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਉਹ ਜੈਨੂਨ ਕਿਸਾਨ ਨੇ, ਉਹਨਾਂ ਨੂੰ ਇਹ ਕਹਿ ਕੇ ਲੈ ਗਏ ਤੁਹਾਡੀ ਜ਼ਮੀਨ ਖੋਹ ਲੈਣੀ। ਹੁਣ ਜੇ ਮੈਨੂੰ ਕੋਈ ਕਹੇ ਤੇਰੀ ਜ਼ਮੀਨ ਖੋਹ ਲੈਣੀ ਹੈ, ਮੈਂ ਕਹੂੰਗਾ ਜਾਂ ਮਰੂੰਗਾ ਜਾਂ ਮਾਰੂੰਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਹਾਲ ਹੀ ਦੇ ਵਿੱਚ ਅਮਰੀਕਾ ਗਏ, ਉਹਨਾਂ ਦਾ ਵੀ ਵਿਰੋਧ ਕੀਤਾ ਗਿਆ। ਤੁਹਾਡੇ ਤਾਂ ਮੈਨੂੰ ਚਰਨ ਲੈਣੇ ਪੈਣੇ ਆ। ਮੋਦੀ ਜੀ ਦਾ ਜਿੰਨਾ ਉੱਥੇ ਸਵਾਗਤ ਹੋਇਆ ਕਿਸੇ ਦਾ ਨਹੀਂ ਹੋਇਆ। ਪ੍ਰਧਾਨ ਮੰਤਰੀ ਜਿਹਨੂੰ ਪੂਰੀ ਦੁਨੀਆ ਸਲੂਟ ਕਰਦੀ ਹੈ, ਉਹਨੂੰ ਕਹੇ ਅਸੀਂ ਆਉਣ ਨਹੀਂ ਦੇਵਾਂਗੇ, ਗਲਤਫਹਿਮੀ 'ਚ ਨੇ ਇਹ। ਯਾਰ ਸਰਕਾਰ ਨੂੰ ਤਾਂ ਅੱਜ ਚਾਈਨਾ ਤੇ ਪਾਕਿਸਤਾਨ ਤੇ USA ਨਹੀਂ ਝੁਕਾ ਸਕਦੇ। ਇਹ ਜਿਹੜੇ ਕਿਸਾਨ ਲੀਡਰ ਨੇ ਇਹ ਕਿਸਾਨ ਨੂੰ ਧੋਖਾ ਦੇ ਰਹੇ ਆ। ਇਹ ਜਿਹੜੇ ਕਮਿਊਨਿਸਟ ਨੇ ਇਹ ਸਰਕਾਰ ਦੀ ਨੱਕ ਵੱਢਣਾ ਚਾਹੁੰਦੇ ਨੇ, ਉਹ ਵੱਢੀ ਨਹੀਂ ਜਾ ਸਕਦੀ। ਮੋਦੀ ਜੀ ਨੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਮੈਨੂੰ ਕਹਿੰਦੇ ਤੇਰੇ ਗੋਲੀ ਮਾਰ ਦਿਆਂਗੇ। ਮੈਂ ਕਿਹਾ ਦੇਸ਼ ਇਸ ਨਾਲ ਗਦਾਰੀ ਨਹੀਂ ਕਰਨੀ, ਆਪਦੇ ਪ੍ਰਧਾਨ ਮੰਤਰੀ ਨਾਲ ਖੜੇ ਆ, ਡਟ ਕੇ ਖੜਾਂਗੇ। ਕੋਈ ਸਰਕਾਰ ਦੇਸ਼ ਦੀ ਕਿਸਾਨਾਂ ਦੇ ਖਿਲਾਫ ਨਹੀਂ ਹੋ ਸਕਦੀ। ਮੈਂ ਪਹਿਲਾਂ ਦੱਸ ਕੇ ਹਟਿਆ, ਅਗਰੇਰੀਅਨ ਬੇਸਡ ਇਕਨੋਮੀ ਹੈ ਸਾਡੀ, ਕਿਸ ਤਰ੍ਹਾਂ ਖਿਲਾਫ ਹੋ ਜੂਗੀ ਸਰਕਾਰ? ਮੈਂ ਤਾਂ ਇਹ ਸਮਝਦਾ ਸੀ ਜੇ ਸੋਨੀਆ ਗਾਂਧੀ ਨੂੰ ਰਾਜਨੀਤੀ ਆਉਂਦੀ ਹੁੰਦੀ, ਰਾਹੁਲ ਨੂੰ, ਪ੍ਰਿੰਕਾ ਨੂੰ ਆਉਂਦੀ ਹੁੰਦੀ, ਉਹ ਕੈਪਟਨ ਅਮਰਿੰਦਰ ਸਿੰਘ ਕੋਲ ਇਹਨਾਂ ਨੂੰ ਰਾਜਨੀਤੀ ਸਿੱਖਣ ਭੇਜਦੀ, ਪੜ੍ਹਨ ਭੇਜਦੀ। ਜਦੋਂ ਰਾਸ਼ਟਰਵਾਦ ਦੀ ਗੱਲ ਆਉਂਦੀ ਹੈ, ਜਦੋਂ ਦੇਸ਼ ਹਿੱਤ ਦੀ ਗੱਲ ਆਉਂਦੀ ਹੈ, ਉਦੋਂ ਕਾਂਗਰਸ ਤੋਂ ਅਲੱਗ ਉਹਨਾਂ ਦੀ ਵਿਚਾਰਧਾਰਾ। ਇਸ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਤੇ ਖੇਤੀ ਕਾਨੂੰਨਾਂ ਜਿਹੜੀ ਗਲਤੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਕਹਿੰਦੇ ਆ ਲਓ ਮੇਰੇ ਨਾਲ ਹੀ ਬੈਠ ਕੇ ਡਿਸਕਸ਼ਨ ਕਰਵਾ ਦਿਓ। ਸਾਡੀ ਵਿਚਾਰਧਾਰਾ ਦੇਸ਼ ਹਿੱਤ 'ਚ ਆ, ਸਾਡੀ ਵਿਚਾਰਧਾਰਾ ਇਸ ਦੇਸ਼ ਨੂੰ ਮਜ਼ਬੂਤ ਕਰਨ ਵਾਲੀ ਹੈ। ਜਿਹਨੂੰ ਨਹੀਂ ਪਸੰਦ ਹੈਗੀ ਸਾਨੂੰ ਉਹਦੀ ਜ਼ਰੂਰਤ ਨਹੀਂ ਹੈ। ਸਾਡੇ ਨਾਲ ਲੋਕ ਬਹੁਤ ਨੇ। ਸਾਡੇ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਬਣਨਾ, ਲੋਕਾਂ ਨੇ ਸਰਕਾਰ ਲੈ ਕੇ ਆਉਣੀ ਹੈ। ਇੱਥੇ ਪੰਜਾਬ 'ਚ ਸਾਡੇ ਕੋਲ 2 ਸੀਟਾਂ ਨੇ, 2 ਤੋਂ ਸਾਡੇ ਕੋਲ 20 ਹੋਣਗੀਆਂ, 50 ਹੋਣਗੀਆਂ, 100 ਹੋਣਗੀਆਂ, ਵਧਣਾ ਹੀ ਆ ਅਸੀਂ। ਵਿਜ਼ਨ ਪੰਜਾਬ ਟੀਵੀ ਵੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਦ ਸਟ੍ਰੇਟ ਟਾਕ। ਅੱਜ ਗੱਲ ਕੀਤੀ ਜਾਵੇਗੀ ਪੰਜਾਬ ਦੀ ਸਿਆਸਤ ਦੀ, ਗੱਲ ਕੀਤੀ ਜਾਵੇਗੀ ਤਿੰਨੋਂ ਖੇਤੀ ਕਾਨੂੰਨਾਂ ਦੀ, ਗੱਲ ਕੀਤੀ ਜਾਵੇਗੀ ਦਿੱਲੀ ਦੇ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ। ਸਾਡੇ ਨਾਲ ਭਾਜਪਾ ਆਗੂ ਹਰਜੀਤ ਗਰੇਵਾਲ ਮੌਜੂਦ ਨੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਸਵਾਗਤ ਤੁਹਾਡਾ। ਸ਼ੁਕਰੀਆ ਜੀ, ਧੰਨਵਾਦ। ਗਰੇਵਾਲ ਸਾਹਿਬ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਲਗਭਗ 10.5 ਮਹੀਨੇ ਹੋ ਚੁੱਕੇ ਨੇ, ਪਰ ਅਜੇ ਤੱਕ ਕੋਈ ਵੀ ਭਾਜਪਾ ਆਗੂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਕਿ ਬਈ ਕਿਸਾਨਾਂ ਨਾਲ ਗਲਤ ਹੋਇਆ, ਜਾਂ ਫਿਰ ਜੋ ਕਿਸਾਨ, ਬਜ਼ੁਰਗ, ਬੀਬੀਆਂ, ਬੱਚੇ ਛੋਟੇ ਉੱਥੇ ਬੈਠੇ ਹੋਏ ਨੇ ਉਹਨਾਂ ਨਾਲ ਗਲਤ ਹੋ ਰਿਹਾ। ਇੰਜ ਕਿਉਂ ਹੋ ਰਿਹਾ? ਪਹਿਲੀ ਗੱਲ ਤਾਂ ਗਲਤ ਹੋਇਆ ਹੀ ਨਹੀਂ। ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ, ਇਹ ਕਿਸਾਨ ਸੰਗਠਨਾਂ ਦਾ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ, ਇਹ ਅੰਦੋਲਨ ਹੈ, ਕਿਸੇ ਕੌਜ਼ ਲਈ ਨਹੀਂ ਹੈ, ਕਿਸਾਨ ਹਿੱਤਾਂ ਲਈ ਨਹੀਂ ਹੈ, ਇਹ ਸਿਆਸਤ ਲਈ ਹੈ। ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਕੋਈ ਮੁੱਦਾ ਨਹੀਂ ਸੀ ਮਿਲ ਰਿਹਾ ਤੇ ਉਹ ਮੁੱਦਾ ਮਿਲ ਗਿਆ, ਕਿਸਾਨ ਦਾ ਮੋਢਾ ਮਿਲ ਗਿਆ ਤੇ ਉਹ ਖੜੇ ਹੋ ਗਏ ਨੇ। ਔਰ ਇਹ 2024 ਤੱਕ ਦਾ ਉਹਨਾਂ ਦਾ ਯੋਜਨਾ ਬਣਾਈ ਹੈ ਉਹਨਾਂ ਨੇ। ਤੇ ਇਹ ਤਾਂ ਅੰਦੋਲਨ ਕਿਸਾਨ ਕਾਨੂੰਨ, ਜਿਹੜੇ ਖੇਤੀ ਕਾਨੂੰਨ ਕਹਿੰਦੇ ਨੇ, ਤਿੰਨੋਂ ਕਾਲੇ ਕਾਨੂੰਨ। ਪਹਿਲੀ ਗੱਲ ਤਾਂ ਉਹ ਕਾਲੇ ਨਹੀਂ ਹੈ। ਦੂਜੀ ਗੱਲ, ਉਹ ਲਾਗੂ ਹੀ ਨਹੀਂ ਹੈ। ਮੈਂ ਕਈ ਕਿਸਾਨ ਲੀਡਰ ਜਿਹੜੇ ਆ, ਜਥੇਬੰਦੀਆਂ ਦੇ ਲੀਡਰ ਜਿਨ੍ਹਾਂ ਨੂੰ ਕਹਿੰਦਾ ਮੈਂ, ਉਹ ਕਿਸਾਨਾਂ ਦੇ ਲੀਡਰ ਨਹੀਂ ਹੈ, ਜਥੇਬੰਦੀਆਂ ਦੇ ਲੀਡਰ। ਉਹਨਾਂ ਨੂੰ ਉਹ ਇਹ ਕੀ ਕਹਿਣਗੇ, ਸਾਡੀਆਂ ਨਸਲਾਂ ਤੇ ਫਸਲਾਂ ਤਬਾਹ ਕਰਤੀਆਂ ਇਹਨਾਂ ਕਾਨੂੰਨਾਂ ਨੇ। ਉਹ ਮੈਂ ਕਿਹਾ ਭਲੇ ਮਾਨਸੋ ਰੁਕ ਜਾਓ, ਅਜੇ ਤਾਂ ਲਾਗੂ ਹੀ ਨਹੀਂ ਹੋਏ। ਇਹ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਹੋਲਡ ਤੇ ਪਾਏ ਹੋਏ ਆ। ਸਰਕਾਰ ਨੇ ਕਹਿਤਾ, ਅਮਿਤ ਸ਼ਾਹ ਜੀ ਨੇ ਹੱਥ ਜੋੜ ਕੇ ਕਿਹਾ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, ਜਥੇਬੰਦੀਆਂ ਨੂੰ ਕਿਹਾ 5 ਦੀ ਅਸੀਂ ਦੇ ਦਿੰਦੇ ਹਾਂ। ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਨੇ। ਤੇ ਫਿਰ ਝਗੜਾ ਕਾਹਦਾ ਰਹਿ ਗਿਆ? ਫਿਰ ਬੈਠ ਕੇ ਕਰ ਲਓ, ਟੇਬਲ ਟਾਕ ਕਰੋ ਔਰ ਆਪਣਾ ਫੈਸਲਾ ਕਰ ਲਓ। ਇੰਨੀ ਤਾਂ ਗੱਲ ਆ। ਉਹ ਕਰਨਾ ਨਹੀਂ ਚਾਹੁੰਦੇ, ਅਸਲ ਗੱਲ ਆ। ਔਰ ਇਹ ਗੱਲ ਕੋਈ ਵੀ ਪੋਲੀਟੀਕਲ ਆਦਮੀ ਅੱਜ ਕੱਲ੍ਹ ਪਤਾ ਕੀ ਆ, ਇਹ ਜਥੇਬੰਦੀਆਂ ਕੀ ਕਹਿੰਦੀਆਂ ਨੇ, ਵਿੱਚ ਬਹੁਤੇ ਕਮਿਊਨਿਸਟ ਆ, ਉਹ ਕੀ ਕਹਿੰਦੇ ਆ, ਜਦੋਂ ਸੱਤਾ 'ਚ ਨਹੀਂ ਹੁੰਦੇ ਅਸੀਂ ਗੱਲ ਕਹਾਂਗੇ ਪਰ ਦੂਜੇ ਨੂੰ ਬੋਲਣ ਨਹੀਂ ਦਿਆਂਗੇ। ਫਰੀਡਮ ਆਫ ਸਪੀਚ ਸਾਰਿਆਂ ਨੂੰ, ਤੁਹਾਨੂੰ ਵੀ ਆਪਦੀ ਗੱਲ ਕਹਿਣ ਦਾ ਅਧਿਕਾਰ ਆ, ਮੈਨੂੰ ਵੀ ਹੈਗਾ, ਬਾਕੀਆਂ ਨੂੰ ਵੀ ਹੈਗਾ। ਤੇ ਇਹ ਤਾਂ ਸੰਵਿਧਾਨ ਜਿਹੜਾ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਮਾਨਯੋਗ ਸੁਪਰੀਮ ਕੋਰਟ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮਾਨਯੋਗ ਸੁਪਰੀਮ ਕੋਰਟ ਨੇ ਕੀ ਕਿਹਾ?
ਕਿ ਇਹ ਜਿਹੜਾ ਤੁਹਾਡਾ ਅੰਦੋਲਨ ਆ ਇਹ ਹਿੰਸਕ ਆ। ਕਿਸੇ ਐਮਐਲਏ ਦੇ ਕੱਪੜੇ ਫਾੜ ਦੇਣੇ, ਕਿਸੇ ਐਮਐਲਏ ਦੀ ਮੌਬ ਲਿੰਚਿੰਗ ਕਰ ਦੇਣੀ, ਕਿਸੇ ਦੀ ਫਸਲ ਨਸ਼ਟ ਕਰ ਦੇਣੀ, ਕਿਸੇ ਦੀ ਦੁਕਾਨ ਬੰਦ ਕਰ ਦੇਣੀ, ਕਿਸੇ ਦੀ ਫੈਕਟਰੀ ਬੰਦ ਕਰ ਦੇਣੀ, ਇਹ ਹਿੰਸਾ ਨਹੀਂ ਤਾਂ ਕੀ ਹੈ? ਇਹ ਨਹੀਂ ਹੋਣਾ ਚਾਹੀਦਾ। ਤੇ ਇੱਥੇ ਹਿੰਸਕ, ਇਹ ਮਹਾਤਮਾ ਗਾਂਧੀ ਦਾ ਦੇਸ਼ ਹੈ, ਇੱਥੇ ਹਿੰਸਾ ਚੱਲ ਹੀ ਨਹੀਂ ਸਕਦੀ ਔਰ ਡੈਮੋਕ੍ਰੇਸੀ ਖਤਮ ਹੋ ਜਾਏਗੀ ਜੇ ਹਿੰਸਾ ਚੱਲੇਗੀ। ਤਾਂ ਇਹ ਉਸ ਦਿਸ਼ਾ ਨੂੰ ਜਾ ਰਿਹਾ। ਇਸ ਕਰਕੇ ਕਾਨੂੰਨਾਂ ਦਾ ਕੋਈ ਝਗੜਾ ਨਹੀਂ ਹੈ। ਸਰਕਾਰ ਕਹਿੰਦੀ ਹੈ ਜਦੋਂ ਮਰਜ਼ੀ ਆ ਜਾਓ, 2 ਘੰਟਿਆਂ 'ਚ ਗੱਲ ਖਤਮ ਕਰ ਲਓ। ਕਿਸਾਨ ਹਿੱਤਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਮੰਨਵਾ ਲਓ, ਉਹ ਵੀ ਮੰਨਣ ਨੂੰ ਤਿਆਰ ਆ। ਜੇ ਕੋਈ ਗਲਤ ਹੋਇਆ ਉਹ ਵੀ ਮੰਨਣ ਨੂੰ ਤਿਆਰ ਆ। ਪਰ ਮੋਦੀ ਜੀ ਕਹਿੰਦੇ ਆ ਇਹ ਕਾਨੂੰਨ ਐਕਚੁਅਲੀ ਕੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਨੇ ਬਣਵਾਏ ਆ। ਇਹ ਕਾਨੂੰਨ ਅਸੀਂ ਨਹੀਂ ਬਣਾਏ। ਪਹਿਲੀ ਗੱਲ ਤਾਂ ਇਹ ਆ ਜਿਹੜੇ ਲਾਗੂ ਨਹੀਂ ਹੋਏ ਅਜੇ। 2 ਮਹੀਨੇ ਜਦੋਂ ਆਰਡੀਨੈਂਸਿਸ ਆ ਗਏ, ਬੀਬਾ ਹਰਸਿਮਰਤ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਅਕਾਲੀ ਦਲ ਦੀ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ 2 ਮਹੀਨੇ ਇਹਨਾਂ ਦਾ ਗੁਣਗਾਨ ਕਰਦੇ ਰਹੇ। ਕਾਨੂੰਨ ਬਹੁਤ ਅੱਛੇ ਆ, ਕਿਸਾਨ ਦਾ ਬਹੁਤ ਹਿੱਤ। ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਮੇਰੇ ਕੋਲ ਵੀਡੀਓ ਹੈਗੀਆਂ ਨੇ। ਅੱਜ ਕੱਲ੍ਹ ਤਾਂ ਤੁਹਾਡਾ ਯੋਗਾ ਸਾਰਿਆਂ ਦਾ ਵੀਡੀਓ ਬਣ ਜਾਂਦੀਆਂ ਨੇ, ਕੋਈ ਮੁੱਕਰ ਵੀ ਨਹੀਂ ਸਕਦਾ। ਉਹ ਮੈਂ ਤੁਹਾਨੂੰ ਦੇ ਦੂੰਗਾ। ਅਤੇ ਉਹ ਗੁਣਗਾਨ ਕਰਦੇ ਰਹੇ। ਫਿਰ ਕਾਂਗਰਸ ਦਾ ਜਿਹੜਾ ਚੋਣ ਮੈਨੀਫੈਸਟੋ ਸੀ ਪਾਰਲੀਮੈਂਟ ਦਾ, ਉਹਦੇ 'ਚ ਇਹ ਸੀ ਕਿ ਕਿਸਾਨ ਹਿੱਤਾਂ ਦੇ ਕਾਨੂੰਨ ਅਸੀਂ ਬਣਾਉਣੇ ਆ। ਇਹੀ ਕਾਨੂੰਨ ਸੀ ਉਹ। ਆ ਜਦੋਂ ਹੁਣ ਚੋਣ ਲੜੀ ਆ ਉਹਨਾਂ ਨੇ, ਉਸ ਵੇਲੇ ਦੀ ਗੱਲ ਆ, ਉਹਨਾਂ ਦਾ ਮੈਨੀਫੈਸਟੋ ਚੱਕ ਕੇ ਦੇਖ ਲਓ, ਨਹੀਂ ਤਾਂ ਮੈਂ ਤੁਹਾਨੂੰ ਭਿਜਵਾ ਦੂੰਗਾ। ਅਤੇ ਕਾਂਗਰਸ ਵੀ ਕਹਿੰਦੀ ਸੀ ਵੀ ਇਹ ਕਾਨੂੰਨ ਲਾਗੂ ਕਰੋ। ਫਿਰ 8 ਚੀਫ ਮਿਨਿਸਟਰਾਂ ਦੀ ਕਮੇਟੀ ਬਣੀ। 2 ਉਹਦੇ 'ਚ ਕਾਂਗਰਸ ਦੇ ਮੁੱਖ ਮੰਤਰੀ ਸੀ, ਮੱਧ ਪ੍ਰਦੇਸ਼ ਵਾਲੇ ਕਮਲਨਾਥ ਜੀ ਔਰ ਪੰਜਾਬ ਵਾਲੇ। ਇਹਨਾਂ ਨੇ ਉੱਤੇ ਸਹੀ ਪਾਈ, ਕਿਸੇ ਨੇ ਇਤਰਾਜ਼ ਨਹੀਂ ਕੀਤਾ, ਕੋਈ ਡੈਸੈਂਟ ਨੋਟ ਨਹੀਂ ਹੈ। ਅਤੇ ਇਸ ਕਰਕੇ ਇਹ ਜਦੋਂ ਇਹਨਾਂ ਨੇ ਸਹੀ ਪਾਈ ਆ ਅਤੇ ਕਾਨੂੰਨ ਇਹਨਾਂ ਨੇ ਬਣਵਾਤੇ। ਉਦੋਂ ਬਾਅਦ ਆਪਦੇ ਸਿਆਸੀ ਹਿੱਤਾਂ ਲਈ ਉੱਤੋਂ ਪਿੱਛੇ ਭੱਜ ਗਏ। ਇਹ ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਧੋਖਾ ਕਰ ਰਹੇ ਆ ਔਰ ਕਿਸਾਨ ਨੂੰ ਵੀ ਧੋਖਾ ਦੇ ਰਹੇ ਆ। ਔਰ ਮੈਂ ਤਾਂ ਇਹ ਕਹਿੰਦਾ ਕਿ ਕਿਸਾਨ ਸਿੱਧੇ ਆਉਣ ਅਤੇ ਜਿਹੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਅੰਦੋਲਨ ਕਰ ਰਹੇ ਆ ਉਹਨਾਂ ਨੇ ਨਹੀਂ ਮੰਨਣਾ। ਕਿਸਾਨ ਸਿੱਧੇ ਆਉਣ, ਆਪਦੀਆਂ ਗੱਲਾਂ ਮਨਵਾ ਲੈਣ, ਜੋ ਕਰਵਾਉਣਾ ਚਾਹੁੰਦੇ ਆ ਕਰਵਾ ਲੈਣ। ਮੋਦੀ ਜੀ ਤਿਆਰ ਨੇ। ਕਿਸਾਨ ਹਿੱਤੂ ਸਰਕਾਰ ਆ, ਕਿਸਾਨ ਹਿੱਤੂ ਪ੍ਰਧਾਨ ਮੰਤਰੀ ਆ। ਮੈਂ ਤਾਂ ਖੁਦ ਕਿਸਾਨ ਆ। ਗਰੇਵਾਲ ਸਾਹਿਬ, 32 ਕਿਸਾਨ ਜਥੇਬੰਦੀਆਂ ਬੈਠੀਆਂ ਨੇ ਸਰਹੱਦਾਂ ਦੇ ਉੱਤੇ ਦਿੱਲੀ ਦੀਆਂ। ਸਾਰੀਆਂ ਜਥੇਬੰਦੀਆਂ ਤੁਹਾਨੂੰ ਲੱਗਦੀਆਂ ਨੇ ਕਿ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਨੇ? ਨਹੀਂ, ਮੈਂ ਸਾਰੀਆਂ ਤਾਂ ਕਿਹਾ ਹੀ ਨਹੀਂ। ਪਹਿਲੀ ਗੱਲ ਤਾਂ ਇਹਨਾਂ ਜਥੇਬੰਦੀਆਂ ਦਾ ਸੁਣ ਲਓ। ਮੈਂ ਇਹਨਾਂ ਸਾਰੀਆਂ ਨੂੰ ਜਾਣਦਾ, ਮੈਂ ਇਹਨਾਂ ਦੀ ਮੀਟਿੰਗਾਂ 'ਚ ਵੀ ਜਾਂਦਾ ਰਿਹਾ। ਇਹ ਜਥੇਬੰਦੀਆਂ 5-5, 7-7 ਕਿਲੋਮੀਟਰ ਦੀਆਂ ਨੇ। ਰੁਲਦੂ ਸਿੰਘ ਭੀਖੀ ਤੋਂ ਮਾਨਸਾ, ਠੀਕ ਹੈ। ਇੱਕ ਉਗਰਾਹਾਂ ਦੀ ਜਥੇਬੰਦੀ ਹੈ ਜਿਹੜੀ 4 ਜ਼ਿਲ੍ਹਿਆਂ 'ਚ ਹੈਗੀ ਆ, ਉਹਨੇ ਬੰਦੇ ਜੋੜੇ ਆ। ਮੇਰੇ ਘਰ ਦੇ ਬਾਹਰ ਵੀ ਉਹਨੇ ਸਾਡੀਆਂ ਮਾਵਾਂ ਭੈਣਾਂ ਹੀ ਸੀ, ਉਹ ਔਰਗਨਾਈਜ਼ ਕਰ ਲਈਆਂ, ਚੁੱਲ੍ਹੇ ਤੱਕ ਪਹੁੰਚ ਕਰ ਲਈ। 25,000 ਔਰਤਾਂ ਮੇਰੇ ਘਰ ਦੇ ਬਾਹਰ ਇਕੱਠੀਆਂ ਕਰਤੀਆਂ 5 ਜ਼ਿਲ੍ਹਿਆਂ ਦੀਆਂ। ਅਤੇ 12,500 ਦੇ ਕਰੀਬ ਜਾਣੀ ਜੀ ਦੇ ਘਰ ਦੇ ਬਾਹਰ ਸੀ ਜਦੋਂ ਉਹਨਾਂ ਨੇ ਕੀਤਾ। ਤਾਂ ਉਹਦੀ ਜ਼ਰੂਰ ਜਥੇਬੰਦੀ ਹੈਗੀ ਆ। ਪਰ ਜੇ ਕੋਈ ਜਥੇਬੰਦੀ 40-50 ਹਜ਼ਾਰ ਲੋਕ ਜੋੜ ਲੇ, ਠੀਕ ਹੈ। ਇਹ 1000-1000, 2-2000 ਲੋਕ ਇਹਨਾਂ ਨੇ ਜੋੜੇ ਹੋਏ ਆ। ਹੁਣ ਰਾਜੇਵਾਲ ਨਾਲ ਹੁਣ 3000 ਹੋਏ ਆ। ਪਹਿਲਾਂ ਤਾਂ ਰਾਜੇਵਾਲ ਨਾਲ 600-700 ਬੰਦੇ ਹੁੰਦੇ ਸੀ, ਠੀਕ ਹੈ। ਉਹ ਇਹਨਾਂ ਨੇ ਜੋੜ ਲਏ ਨੇ। ਅਤੇ ਉਹਨਾਂ ਨੂੰ ਲੈ ਕੇ ਇਹ ਸਾਰੀ ਗੱਲ, ਕਿਸਾਨ ਤਾਂ ਦੇਸ਼ ਦੇ ਅੰਦਰ 24 ਕਰੋੜ ਆ। ਜਿਹੜੇ ਖੇਤੀ 'ਤੇ ਆਧਾਰਿਤ ਲੋਕ ਨੇ ਉਹ 24 ਕਰੋੜ ਨੇ। ਉਹ ਸਾਰੇ ਕਾਨੂੰਨਾਂ ਨੂੰ ਮਾੜਾ ਨਹੀਂ ਕਹਿੰਦੇ। ਪਰਸੋਂ ਮੈਂ ਸੁਣ ਰਿਹਾ ਸੀ ਟੀਵੀ 'ਤੇ, ਇੱਕ ਜੈਵਿਕ ਖੇਤੀ ਦੇ ਵਿੱਚ ਉਹਨੂੰ ਪਦਮ ਸ਼੍ਰੀ ਮਿਲਿਆ। ਅਤੇ ਉਹ ਕੀ ਕਹਿ ਰਹੇ ਆ ਕਿ ਇਹਨਾਂ ਕਾਨੂੰਨਾਂ ਦੀ ਜ਼ਰੂਰਤ ਆ। ਅਤੇ ਸਰਦਾਰਾ ਸਿੰਘ ਜੌਹਲ ਬਹੁਤ ਬੜੇ ਇਕੋਨੋਮਿਸਟ ਨੇ, ਉਹ ਕਹਿ ਰਹੇ ਕਿ ਖੇਤੀ ਕਾਨੂੰਨ ਬਹੁਤ ਵਧੀਆ ਨੇ। ਅਤੇ ਉਹਨਾਂ ਨੂੰ ਗਾਲਾਂ ਕਿੰਨੀਆਂ ਕੱਢਦੇ ਨੇ, ਫੇਸਬੁੱਕ ਅਕਾਊਂਟ ਬੰਦ ਕਰਨਾ ਪੈ ਗਿਆ। ਮੈਨੂੰ ਕਿੰਨੀਆਂ ਕੁ ਧਮਕੀਆਂ ਆਉਂਦੀਆਂ ਨੇ ਉਹ ਦੇਖ ਲਓ। ਬਾਕੀਆਂ ਨੂੰ ਕਿੰਨੀਆਂ ਕੁ ਆਉਂਦੀਆਂ ਨੇ ਜਿਹੜੇ ਇਹ ਕਹਿੰਦੇ ਆ ਵੀ ਕਾਨੂੰਨ ਠੀਕ ਨੇ। ਅਤੇ ਇਹ ਕੋਈ ਤਰੀਕਾ ਥੋੜ੍ਹਾ ਹੈਗਾ। ਗਰੇਵਾਲ ਸਾਹਿਬ, ਤੁਸੀਂ ਕਹਿੰਦੇ ਹੋ ਕਾਨੂੰਨ ਠੀਕ ਨੇ, ਪਰ ਧੱਕੇ ਨਾਲ ਕਿਸੇ ਦੇ ਉੱਤੇ ਕੋਈ ਚੀਜ਼ ਥੋਪਣੀ ਇਹ ਵੀ ਸਹੀ ਗੱਲ ਨਹੀਂ ਹੈਗੀ। ਕਿਹਦੇ ਥੋਪੀ ਜਾ ਰਹੀ ਹੈ? 24 ਕਰੋੜ ਕਿਸਾਨ ਨੇ ਔਰ 2 ਲੱਖ ਕਹਿੰਦੇ ਆ ਕਿ ਗੱਲ ਕਾਨੂੰਨ ਕਾਲੇ ਆ, ਬਾਕੀ ਤਾਂ ਸਾਰੇ ਕਹਿੰਦੇ ਇਹ ਸਹੀ ਆ। ਥੋਪੀ ਕਿਹਨੇ ਆ? ਐਸੀ ਕੋਈ ਗੱਲ ਨਹੀਂ। ਉਹਨੂੰ ਉਹ 2 ਲੱਖ ਨੂੰ ਵੀ ਮੋਦੀ ਜੀ ਨੇ ਸਤਿਕਾਰ ਕੀਤਾ। ਜ਼ਿੰਮੇਵਾਰ ਕੌਣ ਫਿਰ? ਜਿਹੜੇ ਸਰਹੱਦਾਂ ਦੇ ਉੱਤੇ ਕਿਸਾਨ ਲਗਾਤਾਰ ਜਿਹੜੇ ਅਕਾਲ ਚਲਾਣਾ ਵੀ ਕਰ ਰਹੇ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕਿਸਾਨ ਜਥੇਬੰਦੀਆਂ, ਕਾਂਗਰਸ ਅਤੇ ਆਮ ਆਦਮੀ, ਇਹ ਨੇ ਜ਼ਿੰਮੇਦਾਰ। ਹੋਰ ਕੌਣ ਨੇ? ਇਹਨਾਂ ਨੇ ਅੰਦੋਲਨ ਲਈ ਅੰਦੋਲਨ ਚਲਾ ਰੱਖਿਆ। ਮੈਂ ਤਾਂ ਉਹਨਾਂ ਜਿਹੜੀਆਂ ਗੱਲਾਂ ਹੋਈਆਂ ਨੇ ਸਾਰੀਆਂ ਦੇਖੀਆਂ ਨੇ ਮੇਰੀਆਂ। ਮੈਂ ਉਹਨਾਂ ਦਾ ਗਵਾਹ ਕਿ ਸਰਕਾਰ ਨੇ ਕਿੱਦਾਂ ਇਹਨਾਂ ਨਾਲ ਗੱਲ ਕੀਤੀ ਹੈ। ਸਰਕਾਰ ਨੇ ਕਿਹਾ ਬੋਲੋ ਜੀ ਕੀ ਠੀਕ ਕਰਾਉਣਾ। ਰਾਜੇਵਾਲ ਜੀ ਦੱਸੋ। ਰਾਜੇਵਾਲ ਜੀ ਕਹਿੰਦੇ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਹੋ ਜੂ। ਪਹਿਲੀ ਗੱਲ ਤਾਂ ਇਹ ਝੂਠ ਆ, ਨਾ ਜ਼ਮੀਨਾਂ 'ਤੇ ਕਬਜ਼ਾ ਹੋਇਆ ਅਤੇ ਨਾ ਹੋਣਾ। ਦੂਜੀ ਗੱਲ, ਉਹਨਾਂ ਨੇ ਕਿਹਾ ਜੀ ਇਹਦੇ 'ਚ ਕੀ ਹੋਣਾ ਚਾਹੀਦਾ। ਉਹ ਕਹਿੰਦੇ ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ। ਅਮਿਤ ਸ਼ਾਹ ਜੀ ਨੇ ਕੀ ਕਿਹਾ? ਕੋਰਟ ਜਾਣ ਦਾ ਅਧਿਕਾਰ ਵੀ ਦਿੱਤਾ, ਫਾਸਟ ਟਰੈਕ ਕੋਰਟ ਵੀ ਬਣਾਤੀ। ਕਹਿੰਦੇ ਜੀ ਠੀਕ ਆ। ਫਿਰ ਉਹਨਾਂ ਨੇ ਕਿਹਾ ਜੀ ਸਾਨੂੰ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ, MSP ਖਤਮ ਹੋ ਜੂਗੀ। ਉਹਨਾਂ ਨੇ ਕਿਹਾ ਮੰਡੀਆਂ ਬਿਲਕੁਲ ਨਹੀਂ ਖਤਮ, ਕੀ ਕਰਨਾ ਚਾਹੀਦਾ ਉਹਦੇ ਲਈ? ਉਹ ਕਹਿੰਦੇ ਜੀ ਉਹਦੇ ਲਈ ਜਿਹੜਾ ਕਾਨੂੰਨ ਅੰਦਰ ਲਾਗੂ ਹੁੰਦਾ, ਆੜਤੀਆ ਹੀ ਖਰੀਦ ਵੇਚ ਅੰਦਰ ਕਰਦਾ, ਆੜਤੀਆ ਹੀ ਬਾਹਰ ਕਰੇ। ਉਹਨਾਂ ਨੇ ਕਿਹਾ ਚਲੋ ਸਟੇਟ ਦਾ ਹੀ ਕਾਨੂੰਨ ਲਾਗੂ ਹੋਊਗਾ, ਜੋ ਅੰਦਰ ਕਰੂਗਾ ਜੋ ਬਾਹਰ ਕਰੂਗਾ ਉਹੀ ਹੋਊਗਾ।
ਤੇ ਕਹਿੰਦੇ ਜੀ ਠੀਕ ਆ। ਜਦੋਂ ਸਾਰੀਆਂ ਗੱਲਾਂ ਮੰਨ ਲਈਆਂ, ਪੰਜ ਦੀਆਂ ਪੰਜ ਗੱਲਾਂ ਜਿਹੜੀਆਂ ਇਹਨਾਂ ਨੇ ਕਹੀਆਂ, ਉਸ ਤੋਂ ਬਾਅਦ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਹੁਣ ਤੁਸੀਂ ਸਾਰੀਆਂ ਗੱਲਾਂ ਮੰਨਵਾ ਲਈਆਂ, ਹੁਣ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 5 ਦੀ ਅਸੀਂ ਦੇ ਦਿੰਦੇ ਹਾਂ, ਬਾਕੀ ਵੀ ਜੋ ਕਰਨਾ ਉਹ ਕਰ ਹੀ ਲਓ, ਔਰ ਐਮਐਸਪੀ ਦੇ ਲਈ ਚਿੱਠੀ ਲੈ ਲਓ, ਨਾ ਐਮਐਸਪੀ ਖਤਮ ਹੋਣੀ ਆ ਨਾ ਹੋਈ ਆ, ਤੇ ਅੱਗੇ ਵੀ ਜਾਰੀ ਰਹੂਗੀ, ਇਹ ਵੀ ਕਹਿਤਾ। ਉਸ ਤੋਂ ਬਾਅਦ ਜਦੋਂ ਫਿਰ ਕਿਹਾ ਹੁਣ ਤਾਂ ਅੰਦੋਲਨ ਖਤਮ ਕਰ ਦਿਓ, ਇਹਨਾਂ ਨੂੰ ਕਿਸਾਨਾਂ ਨੂੰ ਕਿਉਂ ਇੱਥੇ ਸਰਦੀ 'ਚ ਬਿਠਾਇਆ ਹੋਇਆ, ਲੈ ਜਾਓ। ਉਸ ਵੇਲੇ ਸਰਦੀ ਬਹੁਤ ਜ਼ਿਆਦਾ ਸੀ। ਫਿਰ ਕੀ ਕਿਹਾ ਰਾਜੇਵਾਲ ਜੀ ਨੇ ਤੇ ਬਾਕੀਆਂ ਨੇ, ਸਾਨੂੰ ਹਰਚੰਦ ਸਿੰਘ ਲੌਂਗੋਵਾਲ ਬਣਾਉਣਾ। ਉਹ ਕਹਿੰਦੇ ਕੀ ਗੱਲ, ਕਹਿੰਦੇ ਸਾਨੂੰ ਤਾਂ ਮਾਰ ਦੇਣਗੇ, ਇਸ ਤਾਂ ਕਾਨੂੰਨ ਵਾਪਸ ਕਰਾਉਣ ਦੀ ਗੱਲ ਕਰਾ ਕੇ ਆਏ ਆ। ਇਹ ਗੱਲਾਂ ਕਹੀਆਂ ਤਾਂ ਇਹਦੇ ਦੱਸੋ ਸਰਕਾਰ ਦਾ ਦੋਸ਼ ਕਿੱਥੇ ਆ? ਦੋਸ਼ ਕਿਹਦਾ ਬਿਠਾਉਣ 'ਚ? ਤੇ ਜ਼ੁਲਮ ਕਿਹੜਾ ਕਰ ਰਿਹਾ? ਜ਼ੁਲਮ ਇਹ ਕਰ ਰਹੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ, ਜਿਹੜੀ ਕਾਂਗਰਸ ਆ, ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਨੇ। ਜ਼ੁਲਮ ਤਾਂ ਇਹ ਕਰ ਰਹੇ ਆ, ਸਾਡੇ ਵਰਕਰਾਂ ਦੀ ਦੁਕਾਨਾਂ ਬੰਦ ਕਰਾਉਣੀਆਂ, ਉਹਨਾਂ ਦੇ ਅਦਾਰੇ ਬੰਦ ਕਰਾਉਣੇ। ਕੀ ਬੀਜੇਪੀ ਦੇ ਕਿਸੇ ਇੱਕ ਗਰੀਬ ਵਰਕਰ 'ਤੇ ਜ਼ੁਲਮ ਕਰਨ ਨਾਲ ਇਹ ਕਾਨੂੰਨ ਰੱਦ ਹੋ ਜਾਣਗੇ? ਇਹ ਕਮਿਊਨਿਸਟਾਂ ਦਾ ਇੱਕ ਸਟਾਈਲ ਹੁੰਦਾ, ਸਟਾਈਲ ਆਫ ਫੰਕਸ਼ਨਿੰਗ ਆ, ਤੇ ਉਹ ਡਿਸਟਰਬ ਕਰ ਰਹੇ ਆ, ਔਰ ਬਾਰਡਰ ਸਟੇਟ ਨੂੰ ਡਿਸਟਰਬ ਕਰ ਰਹੇ ਆ। ਉਸ ਦੀ ਸਾਨੂੰ ਚਿੰਤਾ ਹੈਗੀ। ਗਰੇਵਾਲ ਸਾਹਿਬ, ਕਿਸਾਨਾਂ ਦੀ ਹਮਾਇਤ ਦੇ ਵਿੱਚ, ਚਲੋ ਤੁਸੀਂ ਕਿਹਾ ਕਿ ਜਿਹੜੇ ਕਿਸਾਨ ਆਗੂ ਨੇ ਉਹ ਸਿਆਸਤ ਤੋਂ ਪ੍ਰੇਰਿਤ ਨੇ, ਪਰ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੀਬੀਆਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਨੌਜਵਾਨ ਬੈਠੇ ਨੇ, ਛੋਟੇ ਛੋਟੇ ਬੱਚੇ ਬੈਠੇ ਨੇ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਦੀ ਗੱਲ ਤਾਂ ਸੁਣ ਲੈਣੀ ਚਾਹੀਦੀ ਹੈ ਹੁਣ ਤਾਂ ਕੇਂਦਰ ਸਰਕਾਰ ਨੂੰ। ਤੁਸੀਂ ਮੇਰੀ ਗੱਲ ਫੇਰ ਨਹੀਂ ਸਮਝ ਰਹੇ। ਮੈਂ ਕੀ ਕਿਹਾ ਕਿ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਉਹ ਜੈਨੂਇਨ ਕਿਸਾਨ ਨੇ। ਉਹਨਾਂ ਨੂੰ ਇਹ ਕਹਿ ਕੇ ਲੈ ਗਏ ਤੁਹਾਡੀ ਜ਼ਮੀਨ ਖੋਲਣੀ। ਹੁਣ ਜੇ ਮੈਨੂੰ ਕੋਈ ਕਹੇ ਤੇਰੀ ਜ਼ਮੀਨ ਖੋਲਣੀ ਹੈ, ਮੈਂ ਕਹੂੰਗਾ ਜਾਂ ਮਰੂੰਗਾ ਜਾਂ ਮਾਰੂੰਗਾ, ਮੇਰਾ ਤਾਂ ਕਾਨੂੰਨ 'ਚ ਵਿਸ਼ਵਾਸ ਹੈ। ਤੇ ਉਹ ਤਾਂ ਵਿਚਾਰੇ ਮਰਨ ਤੇ ਹੋ ਕੇ ਗਏ ਹੋਏ ਆ। ਗਰੇਵਾਲ ਸਾਹਿਬ, ਪਰ ਇਹ ਨਹੀਂ ਹੋ ਸਕਦਾ ਨਾ ਕਿ ਸਾਰੇ ਹੀ ਜਿਹੜੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਣ। ਉਹ ਭਾਈ ਉਹ ਜਥੇਬੰਦੀਆਂ ਨੇ, ਉਹਨਾਂ ਨੇ ਇੱਕ ਇੱਕ ਬੰਦਾ ਜੋੜਿਆ ਹੋਇਆ। ਇਹ ਪਿਛਲੇ 10 ਸਾਲ ਤੋਂ ਸ਼ੁਰੂ ਹੋਇਆ ਸੀ ਕੰਮ। ਮੈਂ ਤਾਂ ਇੱਕ ਇੱਕ ਚੀਜ਼ ਜਾਣਦਾ, ਤੇ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਹੋਏ ਨੇ, ਤੇ ਉਹ ਕਿਵੇਂ ਛੱਡ ਜਾਣਗੇ ਉਹਨਾਂ ਨੂੰ? ਉਹਨਾਂ ਦੀ ਗੱਲ ਕਿਵੇਂ ਨਹੀਂ ਸੁਣਨਗੇ, ਕਿਵੇਂ ਨਹੀਂ ਕਹਿਣਗੇ? ਆਮ ਜਿਹੜੇ ਕਿਸਾਨ ਨੇ ਨਾ, ਉਹ ਸਮਝਦੇ ਆ ਗੱਲ ਨੂੰ। ਐਸੀ ਗੱਲ ਨਹੀਂ ਹੈ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਦੇ ਸੀ, ਹੋਰ ਕਰਦੇ ਸੀ, ਕੋਈ ਹਿਸਾਬ ਕਿਤਾਬ ਨਹੀਂ ਦਿੱਤਾ, ਉਹ ਸਾਰੇ ਸਮਝਦੇ ਆ ਇਸ ਗੱਲ ਨੂੰ। ਬਾਹਰਲੇ ਮੁਲਕਾਂ ਦੇ ਵਿੱਚ ਜੋ ਵਿਰੋਧ ਹੋ ਰਿਹਾ, ਫਿਰ ਉਹ ਕਿਸਾਨ, ਉਹਨਾਂ ਨੂੰ ਕੌਣ ਭੜਕਾ ਰਿਹਾ? ਕਾਹਦਾ ਵਿਰੋਧ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਹਾਲ ਹੀ ਦੇ ਵਿੱਚ ਅਮਰੀਕਾ ਗਏ, ਉਹਨਾਂ ਦਾ ਵੀ ਵਿਰੋਧ ਕੀਤਾ ਗਿਆ ਉੱਥੇ। ਤੁਹਾਡੇ ਤਾਂ ਮੈਨੂੰ ਚਰਨ ਲੈਣੇ ਪੈਣੇ ਆ। ਮੋਦੀ ਜੀ ਦਾ ਜਿੰਨਾ ਉੱਥੇ ਸਵਾਗਤ ਹੋਇਆ, ਕਿਸੇ ਦਾ ਨਹੀਂ ਹੋਇਆ। ਔਰ ਇੱਕ ਇੱਕ ਬੰਦਾ ਡਰਾਮਾ ਕਰਦਾ ਉੱਥੇ, ਤੇ ਉਹ ਇੱਥੇ ਵੀ ਕਰਦੇ ਫਿਰਦੇ ਆ। ਤੇ ਉਹ ਕਾਹਦਾ ਵਿਰੋਧ ਕਰ ਰਹੇ ਆ? ਮੋਦੀ ਜੀ ਨੂੰ ਪੂਰੀ ਦੁਨੀਆ ਸਲੂਟ ਕਰਦੀ ਆ। ਔਰ ਇਹ ਜਥੇਬੰਦੀਆਂ ਕੀ ਕਹਿੰਦੀਆਂ ਨੇ? ਰਾਜੇਵਾਲ ਕੀ ਕਹਿੰਦਾ? ਪ੍ਰਧਾਨ ਮੰਤਰੀ ਨੂੰ ਪੰਜਾਬ ਨਹੀਂ ਆਉਣ ਦਿਆਂਗੇ। ਮੈਂ ਚਾਈਨਾ ਤਾਂ ਸੁਣਿਆ ਸੀ, ਇਹ ਕਹਿੰਦਾ ਕਿ ਅਰੁਣਾਚਲ ਔਰ ਉਹ ਲੇਹ ਲਦਾਖ ਡਿਸਪਿਊਟਡ ਲੈਂਡ ਆ, ਉੱਥੇ ਹਿੰਦੁਸਤਾਨ ਦਾ ਰਾਸ਼ਟਰਪਤੀ ਨਹੀਂ ਆਉਣਾ ਚਾਹੀਦਾ, ਪ੍ਰਧਾਨ ਮੰਤਰੀ ਨਹੀਂ ਆਉਣਾ ਚਾਹੀਦਾ। ਇਹ ਤਾਂ ਮੈਂ ਕਦੇ ਨਹੀਂ ਸੁਣਿਆ ਕੋਈ ਦੇਸ਼ ਵਾਸੀ ਇਹ ਕਹੇ ਪ੍ਰਧਾਨ ਮੰਤਰੀ ਜਿਹਨੂੰ ਪੂਰੀ ਦੁਨੀਆ ਸਲੂਟ ਕਰਦੀ ਆ, ਉਹਨੂੰ ਕਹੇ ਅਸੀਂ ਆਉਣ ਨਹੀਂ ਦਿਆਂਗੇ। ਗਲਤਫਹਿਮੀ 'ਚ ਨੇ ਇਹ, ਲੋਕਾਂ ਨੂੰ ਭੜਕਾ ਰਹੇ ਨੇ, ਇਹ ਸਟੇਟ ਨੂੰ ਡਿਸਟਰਬ ਕਰ ਰਹੇ ਨੇ, ਤੇ ਇਹ ਜ਼ੁਲਮ ਕਰ ਰਹੇ ਨੇ ਸਧਾਰਨ ਲੋਕਾਂ 'ਤੇ। ਇਹ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਕਿਸਾਨ 'ਤੇ ਤਰਸ ਕਰਨਾ ਚਾਹੀਦਾ। ਕਿਸਾਨ ਦੀਆਂ ਤਰਕ ਸੰਗਤ ਗੱਲਾਂ ਸਾਡੀ ਸਰਕਾਰ ਸਾਰੀਆਂ ਮੰਨਣ ਨੂੰ ਤਿਆਰ ਹੈ। ਮੈਂ ਖੁਦ ਕਿਸਾਨ, ਜੇ ਕਿਸਾਨ ਨਾਲ ਗਲਤ ਹੋਵੇ ਅਸੀਂ ਨਾ ਬੋਲੀਏ? ਅਸੀਂ ਕੋਈ ਸਹਿ ਲਾਂਗੇ? ਕਿਉਂ ਹੋਵੇ ਗਲਤ? ਕੋਈ ਵੀ ਸਰਕਾਰ ਇਸ ਦੇਸ਼ ਦੇ ਵਿੱਚ ਆ ਜੇ, ਉਹ ਇਹ ਅਫੋਰਡ ਨਹੀਂ ਕਰ ਸਕਦੀ ਕਿ ਉਹ ਕਿਸਾਨ ਦੇ ਖਿਲਾਫ, ਖੇਤੀ ਦੇ ਖਿਲਾਫ ਨੀਤੀਆਂ ਬਣਾ ਦੇ। ਉਹ ਕਿਉਂ? ਕਿਉਂਕਿ ਜਿਹੜਾ ਕਿਸਾਨ ਆ ਔਰ ਖੇਤ ਮਜ਼ਦੂਰ ਆ, ਇਹ ਸਭ ਤੋਂ ਬੜਾ ਕੰਜ਼ਿਊਮਰ ਆ ਇਸ ਦੇਸ਼ ਦਾ। ਜੇ ਕਿਸਾਨ ਦੀ ਤੇ ਖੇਤ ਮਜ਼ਦੂਰ ਦੀ ਜੇਬ 'ਚ ਪੈਸਾ ਨਹੀਂ ਹੋਏਗਾ ਤਾਂ ਦੁਕਾਨਦਾਰ ਦੀ ਦੁਕਾਨ ਦਾ ਮਾਲ ਨਹੀਂ ਵਿਕਣਾ, ਇੰਡਸਟਰੀਜ਼ ਦੀ ਫੈਕਟਰੀ ਨਹੀਂ ਚੱਲਣੀ, ਤੇ ਇਹ ਕਦੇ ਵੀ ਨਹੀਂ ਹੋ ਸਕਦਾ। ਤੁਸੀਂ ਖੁਦ ਕਿਹਾ ਕਿ ਤੁਸੀਂ ਖੁਦ ਕਿਸਾਨ ਹੋ, ਤੁਸੀਂ ਕਿਉਂ ਨਹੀਂ ਅੱਗੇ ਆਉਂਦੇ? ਤੁਸੀਂ ਕਿਉਂ ਨਹੀਂ ਕਿਸਾਨਾਂ ਦੀ ਗੱਲ, ਜਿਹੜੇ ਤੁਸੀਂ ਕਹਿੰਦੇ ਹੋ ਗੁੰਮਰਾਹ ਕਰਕੇ ਦਿੱਲੀ ਦੀਆਂ ਸਰਹੱਦਾਂ ਤੇ ਬਿਠਾਏ ਹੋਏ ਨੇ ਕਿਸਾਨ, ਤੁਸੀਂ ਕਿਉਂ ਨਹੀਂ ਜਾ ਕੇ ਗੱਲ ਕਰਦੇ ਕੇਂਦਰ ਦੇ ਨਾਲ? ਮੇਰੇ ਵੀਰ ਤੁਹਾਨੂੰ ਪਤਾ ਹੀ ਨਹੀਂ, 50-60 ਘੰਟੇ 11 ਵਾਰ ਹੋਰ ਕਿਹੜੇ ਭੂਆ ਦੇ ਮੁੰਡੇ ਨੇ ਗੱਲ ਕਰਾਈ ਸੀ? ਅਸੀਂ ਤਾਂ ਜਾ ਕੇ ਉੱਥੇ ਸਰਕਾਰ ਨੂੰ ਤਿਆਰ ਕਰਦੇ ਸੀ ਵੀ ਗੱਲਬਾਤ ਕਰੀਏ, ਇਹਨਾਂ ਦੇ ਹੱਥ ਜੋੜ ਕੇ ਅੰਦਰ ਲੈ ਕੇ ਜਾਂਦੇ ਸੀ, ਸਾਰਾ ਕੁਝ ਕਰਦੇ ਸੀ। ਅਸੀਂ ਕਿੱਥੇ ਇਹਨਾਂ ਦੇ ਕੋਈ ਮੁਖਾਲਫਤ ਕੀਤੀ ਹੈ ਜੀ? ਅਸੀਂ ਤਾਂ 3 ਮਹੀਨੇ ਮੈਂ ਤੇ ਸੁਰਜੀਤ ਜਾਨੀ ਉੱਥੇ ਬੈਠੇ ਰਹੇ। ਪੰਜਾਬ ਦੀ ਬੀਜੇਪੀ ਨੇ ਸਾਨੂੰ ਬਿਠਾਇਆ, ਦੇਸ਼ ਦੀ ਬੀਜੇਪੀ ਨੇ ਸਾਨੂੰ ਉੱਥੇ ਬਿਠਾਇਆ, ਸਾਰੀ ਗੱਲਬਾਤ ਕਰਵਾਈ। ਜਦੋਂ ਮੰਨਦੇ ਹੀ ਨਹੀਂ ਹੈਗੇ, ਕਿਸੇ ਗੱਲ ਤੇ ਨਹੀਂ ਮੰਨਦੇ, ਮਨਾ ਕੇ ਦੇਖ ਲਓ। ਤੁਸੀਂ ਮਨਾ ਲਓ, ਚਲੋ ਤੁਸੀਂ ਉਹਨਾਂ ਨੂੰ ਪੁੱਛ ਲਓ, ਤੇ ਉਹਨਾਂ ਤੋਂ ਪੁੱਛ ਲਓ ਕਿਸ ਗੱਲ ਤੇ ਮੰਨੋਗੇ। ਤੇ ਜਿੱਦੀ ਕਰੀ ਜਾਂਦੇ ਆ ਬਿਨਾਂ ਹੀ ਗੱਲਬਾਤ ਤੋਂ, ਕਾਨੂੰਨ ਰੱਦ ਕਰੋ, ਕਾਨੂੰਨ ਰੱਦ ਕਰੋ। ਕਾਨੂੰਨ ਤਾਂ ਉਹਨਾਂ ਨੂੰ ਪਹਿਲੇ ਦਿਨ ਦੱਸਤਾ ਸੀ। ਮੈਂ ਕਿਸਾਨ ਹੈਗਾ, ਉਹ ਜਿਹੜੇ ਸੜਕਾਂ ਤੇ ਬੈਠੇ ਉਹ ਮੇਰੇ ਭੈਣ ਭਰਾ ਬੈਠੇ ਆ, ਬਜ਼ੁਰਗ ਬੈਠੇ ਆ, ਉਹਨਾਂ ਨੂੰ ਮੈਂ ਪਹਿਲੇ ਦਿਨ ਦੱਸਣ ਵਾਸਤੇ ਹੀ ਕਿਹਾ ਸੀ ਕਿ ਭਾਈ ਇਹ ਕਾਨੂੰਨ ਰੱਦ ਨਹੀਂ ਹੋਣੇ। ਇਹਨਾਂ ਜੋ ਤਰਕ ਸੰਗਤ ਗੱਲਾਂ ਜੜਾਉਣੀਆਂ ਨੇ ਕਿਸਾਨ ਦੀਆਂ, ਉਹ ਤੁਸੀਂ ਜੜਵਾ ਲਓ। ਉਹ ਗੱਲਾਂ ਇਹਨਾਂ ਨੂੰ ਪਸੰਦ ਨਹੀਂ ਸੀ। ਇਹ ਕਹਿੰਦੇ ਆ ਕਿਸਾਨ ਨੂੰ ਤਾਂ ਇਹ ਗਾਲਾਂ ਕੱਢਦੇ ਆ। ਗਾਲਾਂ ਹੀ ਹੈ ਜਿਹੜਾ ਇਹ ਕਹਿ ਦਿੰਦੇ ਆ, ਅਸੀਂ ਆਰਾਮ ਨਾਲ ਕਹਿੰਦੇ ਆ ਭਾਈ ਇਹ ਇਹਨਾਂ ਨੂੰ ਸੜਕਾਂ ਤੇ ਕਿਉਂ ਬਿਠਾਇਆ? ਇਹ ਜਿਹੜੇ 500-600 ਲੋਕ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੇ ਹਥਿਆਰੇ ਕੌਣ ਨੇ? ਇਹ ਲੋਕ ਨੇ ਜਿਹੜੇ ਬਿਨਾਂ ਗੱਲਬਾਤ ਤੋਂ ਉਹਨਾਂ ਨੂੰ ਬਿਠਾਈ ਬੈਠੇ। ਕਾਨੂੰਨ ਲਾਗੂ ਨਹੀਂ ਹੈ, ਕਾਨੂੰਨ ਮਾਨਯੋਗ ਸੁਪਰੀਮ ਕੋਰਟ ਨੇ ਰੋਕੇ ਹੋਏ ਆ। ਔਰ ਅਸੀਂ ਕਹਿੰਦੇ ਹਾਂ ਕਾਨੂੰਨਾਂ ਜੋ ਤਰਕ ਸੰਗਤ ਗੱਲਾਂ ਮਨਵਾਉਣੀਆਂ ਨੇ ਮਨਵਾ ਲਓ। ਇਹ ਜਿੱਦ ਕਰਕੇ ਉਹਨਾਂ ਨੂੰ ਸੜਕਾਂ ਤੇ ਲੈ ਕੇ ਅੱਛਾ, ਤੁਸੀਂ ਕੋਈ ਕੰਮ ਕਰਦੇ ਹੋ, ਤੁਹਾਨੂੰ ਪਤਾ ਉਹਦਾ ਰਿਜ਼ਲਟ ਮਾੜਾ ਆਉਣਾ, ਜਾਂ ਫਿਰ
ਉਹ ਤੁਸੀਂ ਉਹ ਕੰਮ ਕਰੋਗੇ ਕਿਉਂ, ਅਗਲਾ ਕਦਮ ਚੁੱਕੋਗੇ ਕਿਉਂ? ਇਦਾਂ ਹੀ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਲਈ ਸਹੀ ਨਹੀਂ ਹੈਗੇ, ਤਾਂ ਉਹ ਤਾਂ ਬਿਲਕੁਲ ਸਹੀ ਤਰੀਕੇ ਨਾਲ ਬੈਠੇ ਨੇ ਨਾ। ਕਹਿ ਤਾਂ ਦਿੱਤਾ ਕਾਨੂੰਨ ਕੀ ਹੁੰਦਾ, ਪਹਿਲਾਂ ਤਾਂ ਇਹ ਦੱਸ ਦਿਓ। ਆਮ ਲੋਕਾਂ ਨੂੰ ਇਹ ਵੀ ਨਹੀਂ ਪਤਾ, ਜਿਹੜੀਆਂ ਮਦਾਂ ABCD ਕਰਕੇ ਉਹਦੇ 'ਚ ਕਾਗਜ਼ ਤੇ ਲਿਖੀਆਂ ਹੁੰਦੀਆਂ ਨੇ ਉਹ ਕਾਨੂੰਨ ਆ। ਸਮੇਂ-ਸਮੇਂ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਾਨੂੰਨਾਂ 'ਚ ਸੋਧ ਹੁੰਦੀਆਂ ਰਹਿੰਦੀਆਂ ਨੇ, ਤੇ ਇਸੇ ਤਰ੍ਹਾਂ ਇਹਨਾਂ ਕਾਨੂੰਨਾਂ 'ਚ ਵੀ ਕਰ ਸਕਦੇ ਆ। ਕਿਸਾਨਾਂ ਨੂੰ ਵੀ ਕਹਤਾ ਕਿ ਤੁਸੀਂ ਬੈਠ ਜਾਓ, ਕਰ ਲਓ ਜੋ ਕਰਨਾ, ਖੇਤੀ ਮਾਹਿਰਾਂ ਨਾਲ ਬੈਠ ਜਾਓ, ਕਰ ਲਓ, ਕਿਸਾਨ ਹਿੱਤ ਦਾ ਬਣਾ ਲਓ। ਕਿਸਾਨ ਕਹਿੰਦੇ ਨੇ ਕਿ ਕਾਨੂੰਨ ਰੱਦ ਕਰ ਦਿਓ ਇੱਕ ਵਾਰ। ਕਿੰਨਾ ਕੁ ਔਖਾ ਹੈ ਕਾਨੂੰਨ ਰੱਦ ਕਰਨਾ? ਉਹ ਯਾਰ ਸਰਕਾਰ ਨੂੰ ਤਾਂ ਅੱਜ ਚਾਈਨਾ ਤੇ ਪਾਕਿਸਤਾਨ ਤੇ USA ਨਹੀਂ ਝੁਕਾ ਸਕਦੇ। ਇਦਾਂ ਦੀ ਗੱਲ ਨਹੀਂ ਹੁੰਦੀ ਕਿ ਕੁਝ ਕਾਨੂੰਨਾਂ 'ਚ ਝੁਕਾਉਣ ਦੀ ਗੱਲ ਨਹੀਂ ਗਰੇਵਾਲ ਸਾਹਿਬ। ਦੇਖੋ PM ਮੋਦੀ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ, ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਨੇ, ਉਹਨਾਂ ਨੂੰ ਇੱਕ ਸੱਤਾ ਦਿੱਤੀ ਗਈ ਆ। ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਵੱਲੋਂ ਚੁਣਿਆ ਗਿਆ। ਹੁਣ ਜਦ ਲੋਕ ਹੀ ਨਹੀਂ ਚਾਹੁੰਦੇ ਕਿ ਜਿਹੜੇ ਕਾਨੂੰਨ ਲਾਗੂ ਹੋਣ, ਉਹ ਰੱਦ ਹੋਣ ਦੇ ਵਿੱਚ ਕੀ ਔਖਾ ਕੰਮ ਕੀ ਹੈ? ਤੁਸੀਂ ਯਾਰ ਜਿੱਦ ਕਿਉਂ ਕਰੀ ਜਾਂਦੇ? ਪੜ੍ਹੇ ਲਿਖੇ ਬੰਦੇ ਹੋ। ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਕਾਨੂੰਨ 'ਚ ਉਹ ਮਦਾਂ ਲਿਖੀਆਂ ਹੋਈਆਂ ਨੇ। ਉਹ ਮਦਾਂ ਜਦੋਂ ਤੁਸੀਂ ਸੋਧ ਕਰਾਉਣੀ ਆ, ਜੋ ਕਰਨੀ ਹੈ ਕਰ ਲਓ। ਜੇ ਉਹ ਮਦਾਂ ਸਾਰੀਆਂ ਹੀ ਵਿੱਚੋਂ ਕੱਢਦੇ ਹੋ, ਕਾਨੂੰਨ ਕੀ ਰਹਿ ਗਿਆ? ਕੀ ਰਹਿ ਗਿਆ ਕਾਨੂੰਨ? ਜੋ ਤੁਸੀਂ ਲਿਖਣਾ ਉਹਦੇ 'ਚ ਲਿਖ ਲਓ। ਉਹੀ ਕਾਨੂੰਨ ਤਾਂ ਵਿਵਸਥਾ ਚਲਾਉਣ ਲਈ ਦੇਸ਼ ਦੀ ਕਾਨੂੰਨ ਚਾਹੀਦੇ ਆ। ਗਰੇਵਾਲ ਸਾਹਿਬ ਮੰਨਦੇ ਹੋ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਅੜੀ ਦੇ ਉੱਤੇ ਆ, ਜ਼ਿੱਦ ਕਰ ਰਹੀ ਹੈ? ਕੇਂਦਰ ਸਰਕਾਰ ਦੀ ਕੋਈ ਅੜੀ ਨਹੀਂ। ਇਹ ਪਤਾ ਕੀ ਆ, ਜਿਹੜੇ ਕਿਸਾਨ ਸੰਗਠਨ ਨੇ, ਹੁਣ ਜੋਗਿੰਦਰ ਯਾਦਵ ਕਿਹੜਾ ਕਿਸਾਨ ਲੀਡਰ ਆ? ਸਵਰਾਜ ਪਾਰਟੀ ਤੋਂ ਚੋਣਾਂ ਲੜੀਆਂ, ਜ਼ਮਾਨਤਾਂ ਜ਼ਬਤ ਹੋ ਗਈਆਂ, ਅਰਬਨ ਨਕਸਲਾਈਟ ਆ ਉਹ ਵਿਚਾਰਧਾਰਕ ਤੌਰ ਤੇ। ਕਵਿਤਾ ਆਂਧਰਾ ਪ੍ਰਦੇਸ਼ ਦੀ ਕਿਹੜੀ ਕਿਸਾਨ ਨੇਤਾ? ਹਨਨ ਮੌਲਾ ਕਮਿਊਨਿਸਟ MP ਆ, ਠੀਕ ਹੈ। ਉਹ ਕਮਿਊਨਿਸਟਾਂ ਦੀ ਵਿਚਾਰਧਾਰਾ ਦਾ ਪੂਰਕ ਬਣ ਕੇ ਬੈਠੇ। ਤਾਂ ਕਹਿੰਦੇ ਪੋਲੀਟੀਕਲ ਲੋਕ ਨਹੀਂ ਹੈ, ਪੋਲੀਟੀਕਲ ਲੋਕ ਬੈਠੇ ਆ। ਉਗਰਾਹਾਂ ਕਮਿਊਨਿਸਟ ਪਾਰਟੀ, ਮਾਰਕਸਿਸਟ ਲੈਨਿਸਟ ਨਾਗੀ ਰੈਡੀ ਗਰੁੱਪ ਆ। ਦਰਸ਼ਨਪਾਲ ਕਮਿਊਨਿਸਟਾਂ ਦਾ ਫਾਊਂਡਰ, ਨਕਸਲਾਈਟਾਂ ਦਾ ਫਾਊਂਡਰ ਮੈਂਬਰ ਆ। ਤੇ ਜੇ ਉਹਨਾਂ ਨੂੰ ਉਹ ਕਹਿ ਦਿਓ, ਹੁਣ ਮੈਨੂੰ ਕੋਈ ਕਹੇ ਕਿ ਇਹ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਦੀ ਵਿਚਾਰਧਾਰਾ ਨੂੰ ਮੰਨਦਾ, ਇੱਕ ਆਤਮ ਮਾਨਵ ਦਰਸ਼ਨ ਨੂੰ ਮੰਨਦਾ, ਮੈਨੂੰ ਫਖਰ ਆ ਮੇਰੀ ਵਿਚਾਰਧਾਰਾ ਤੇ, ਮੈਂ ਕਹੂੰਗਾ ਹਾਂ ਮੈਂ ਮੰਨਦਾ। ਤੇ ਜੇ ਪੁੱਛ ਲਓ ਜਾ ਕੇ ਉਗਰਾਹਾਂ ਨੂੰ, ਪਤਾ ਹੀ ਕਹੂ ਨਾਗੀ ਰੈਡੀ ਮੇਰਾ ਪਿਓ ਆ, ਨਾਗੀ ਰੈਡੀ ਮੇਰਾ ਚਾਚਾ। ਆਪਦੇ ਆਪ ਨੂੰ ਨਕਸਲਾਈਟ ਤੇ ਕਮਿਊਨਿਸਟ ਕਹਾਉਣ ਤੋਂ ਵੀ ਡਰਦੇ ਆ। ਕਿਉਂ ਡਰਦੇ ਆ? ਫਿਰ ਉਸ ਵਿਚਾਰਧਾਰਾ ਨੂੰ ਕਿਉਂ ਮੰਨਦੇ ਆ? ਇਹ ਕਿਸਾਨ ਨੂੰ ਧੋਖਾ ਦੇ ਰਹੇ ਆ। ਇਹ ਜਿਹੜੇ ਕਿਸਾਨ ਲੀਡਰ ਨੇ, ਇਹ ਕਿਸਾਨ ਨੂੰ ਧੋਖਾ ਦੇ ਰਹੇ ਆ। ਇਹੀ ਇਹਨਾਂ ਕਿਸਾਨਾਂ ਦੇ ਜਿਹੜਾ ਅੰਦੋਲਨ ਨੂੰ ਲੰਬਾ ਕਰ ਰਹੇ ਆ। ਨਹੀਂ ਤਾਂ ਸਾਰੀਆਂ ਗੱਲਾਂ ਸਰਕਾਰ ਮੰਨਣ ਨੂੰ ਤਿਆਰ ਆ। ਮੈਂ ਕਿਸਾਨਾਂ ਨੂੰ ਅੱਜ ਵੀ ਕਹਿਣਾ ਕਿ ਆਓ ਇਹਨਾਂ ਦੇ ਚੁੰਗਲ ਚੋਂ ਨਿਕਲੋ, ਜੋ ਕਿਸਾਨ ਹਿੱਤ ਦੀਆਂ ਗੱਲਾਂ ਨੇ ਸਾਰੀਆਂ ਮਨਵਾ ਲਓ ਸਰਕਾਰ ਤੋਂ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਕਾਨੂੰਨਾਂ ਦੀ ਫਾਈਲ ਹੈ, ਕਾਨੂੰਨਾਂ ਦੀ ਫਾਈਲ ਦਾ ਜਿਹੜਾ ਕਵਰ ਰਹਿ ਜਾਊਗਾ, ਬਾਕੀ ਜਿਹੜੇ ਅੰਦਰ ਦੀਆਂ ਚੀਜ਼ਾਂ ਨੇ ਉਹ ਕਿਸਾਨ ਖੁਦ ਤੈਅ ਕਰ ਲੈਣ। ਤੈਅ ਕਰ ਲੈਣ। ਉਹ ਤਾਂ ਮੋਦੀ ਜੀ ਨੇ ਵੀ ਕਹਿਤਾ, ਉਹ ਅਮਿਤ ਸ਼ਾਹ ਜੀ ਨੇ ਕਹਿਤਾ ਕਰ ਲਓ ਵੀ ਜੋ ਬਣਾਉਣਾ ਬਣਾ ਲਓ। ਪੂਰਾ ਦਾ ਪੂਰਾ ਕਵਰ ਬਦਲਣ ਦੇ ਵਿੱਚ ਕੀ ਦਿੱਕਤ ਹੈ? ਤੁਸੀਂ ਇਹ ਕਿਉਂ ਨਹੀਂ ਮੰਨਦੇ ਕਿ ਜਿਹੜੀ ਕੇਂਦਰ ਸਰਕਾਰ ਅੜੀ ਤੇ ਆਈ ਹੋਈ ਹੈ? ਉਹ ਸਰਕਾਰ ਦੀ ਨੱਕ ਵੱਢਣਾ ਚਾਹੁੰਦੇ ਨੇ। ਮੈਂ ਹੁਣ ਸਿੱਧੀ ਭਾਸ਼ਾ 'ਚ ਮੇਰੇ ਤੋਂ ਕਹਾ ਲਓ, ਇਹ ਜਿਹੜੇ ਕਮਿਊਨਿਸਟ ਨੇ ਇਹ ਸਰਕਾਰ ਦੀ ਨੱਕ ਵੱਢਣਾ ਚਾਹੁੰਦੇ ਨੇ। ਉਹ ਵੱਢੀ ਨਹੀਂ ਜਾ ਸਕਦੀ। ਮੋਦੀ ਜੀ ਨੇ ਇਸ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਨਹੀਂ ਇਹ ਵੱਢ ਸਕਦੇ। ਇਹ ਹੋਰ ਖਿਲਾਰੇ ਪਾਉਣੇ ਚਾਹੁੰਦੇ ਨੇ ਦੇਸ਼ 'ਚ, ਜਗ੍ਹਾ ਜਗ੍ਹਾ ਅੰਦੋਲਨ ਕਰਵਾਉਣਾ ਚਾਹੁੰਦੇ ਨੇ ਦੇਸ਼ 'ਚ, ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਚਾਈਨਾ ਔਰ ਪਾਕਿਸਤਾਨ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਇੱਥੋਂ ਦੀ ਸਰਕਾਰ ਕਮਜ਼ੋਰ ਆ। ਇਹ ਕਾਨੂੰਨਾਂ ਦਾ ਕੋਈ ਝਗੜਾ ਨਹੀਂ ਹੈ, ਝਗੜਾ ਇਹ ਵਿਦੇਸ਼ੀ ਤਾਕਤਾਂ ਦਾ ਝਗੜਾ। ਇਸ ਕਰਕੇ ਉਹਨਾਂ ਦੇ ਪੂਰਕ ਨੇ ਇਹ ਲੋਕ। ਇਹਨਾਂ ਨੂੰ ਰੋਕੋ ਇਸ ਗੱਲ ਤੋਂ। ਤੁਸੀਂ ਇਹਨਾਂ ਦੇ ਹਮਾਇਤੀ ਨਾ ਬਣਿਆ ਕਰੋ। ਮੈਂ ਕੀ ਚੈਨਲ ਵਾਲਿਆਂ ਨੂੰ ਵੀ ਕਹਿਣਾ ਕਿ ਇਹ ਕੰਮ ਨਾ ਕਰੋ, ਇਹ ਕੰਮ ਗਲਤ ਆ, ਇਹ ਦੇਸ਼ ਹਿੱਤ 'ਚ ਨਹੀਂ ਹੈ, ਇਹ ਦੇਸ਼ ਦੇ ਨਾਲ ਸਭ ਤੋਂ ਬੜੀ ਗੱਦਾਰੀ ਆ, ਇਹ ਨਹੀਂ ਕਰਨੀ ਚਾਹੀਦੀ। ਅਸੀਂ ਸਾਹਮਣੇ ਖੜੇ ਆ। ਮੈਨੂੰ ਕਹਿੰਦੇ ਤੇਰੇ ਗੋਲੀ ਮਾਰ ਦਿਆਂਗੇ। ਮੈਂ ਕਿਹਾ ਦੇਸ਼ ਹਿੱਤ ਨਾਲ ਗੱਦਾਰੀ ਨਹੀਂ ਕਰਨੀ। ਆਪਦੇ ਪ੍ਰਧਾਨ ਮੰਤਰੀ ਨਾਲ ਖੜੇ ਆ, ਡਟ ਕੇ ਖੜਾਂਗੇ। ਪੂਰਾ ਦੇਸ਼ ਖੜਾ ਔਰ ਅੱਜ ਦੁਨੀਆ ਉਹਨੂੰ ਸਲੂਟ ਕਰਦੀ ਆ। ਇਹ ਉਸ ਪ੍ਰਧਾਨ ਮੰਤਰੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ, ਦੇਸ਼ ਦੀ ਉਸ ਮਜ਼ਬੂਤ ਲੀਡਰਸ਼ਿਪ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਔਰ ਤਾਂ ਕਿ ਚਾਈਨਾ ਦੇ ਸਾਹਮਣੇ ਜਿਸ ਤਰ੍ਹਾਂ ਪਹਿਲਾਂ ਹਰ ਵਾਰ 1000-2000 ਕਿਲੋਮੀਟਰ ਜ਼ਮੀਨ ਦੇ ਦਿੰਦੇ ਸੀ ਔਰ ਉਸ ਤੋਂ ਬਾਅਦ ਕਾਂਗਰਸ ਹੱਥ ਜੋੜ ਲੈਂਦੀ ਸੀ, ਪਹਿਲੀ ਵਾਰ ਆ ਕਿ ਚਾਈਨਾ ਦੇ ਸਾਹਮਣੇ ਦੀਵਾਰ ਬਣ ਕੇ ਖੜ ਗਏ। ਔਰ ਆਉਣ ਵਾਲੇ ਟਾਈਮ 'ਚ ਜਿਹੜੀ ਬਾਕੀ ਜ਼ਮੀਨ ਆ ਉਹ ਵੀ ਵਾਪਸ ਲੈ ਲੈਣੀ ਹੈ ਸਰਕਾਰ ਨੇ। ਗਰੇਵਾਲ ਸਾਹਿਬ, ਕਿਸਾਨਾਂ ਦੇ ਹੱਕ ਦੇ ਵਿੱਚ ਤਾਂ ਕੋਈ ਭਾਜਪਾ ਆਗੂ ਦਾ ਅਜੇ ਬਿਆਨ ਨਹੀਂ ਆਇਆ, ਪਰ ਅਜਿਹੇ ਬਿਆਨ ਜ਼ਰੂਰ ਸਾਹਮਣੇ ਆ ਜਾਂਦੇ ਨੇ ਕਿ ਅੱਤਵਾਦੀ ਬੈਠੇ ਨੇ, ਮਾਓਵਾਦੀ ਬੈਠੇ ਨੇ। ਤੁਸੀਂ ਗਲਤ ਗੱਲ ਕਹਿੰਦੇ ਹੋ। ਕਿਸੇ ਲੀਡਰ ਨੇ ਨਹੀਂ ਕਿਹਾ ਕਿ ਕਿਸਾਨ ਅੱਤਵਾਦੀ ਨੇ, ਕਿਸਾਨ ਮਾਓਵਾਦੀ ਨੇ। ਉਗਰਾਹਾਂ ਮਾਓਵਾਦੀ ਆ, ਇਹ ਨਕਸਲਾਈਟ ਆ ਦਰਸ਼ਨਪਾਲ, ਇਹ ਜੋਗਿੰਦਰ ਯਾਦਵ ਅਰਬਨ ਨਕਸਲਾਈਟ ਆ। ਇਹਨਾਂ ਨੂੰ ਕਹਿੰਦੇ ਆ, ਇਹਨਾਂ ਦੀ ਵਿਚਾਰਧਾਰਾ ਉਹ ਆ। ਇਹ ਸਮਾਜਿਕ ਮਾਨਤਾ ਹੁੰਦੀ ਹੈ ਵਿਚਾਰਧਾਰਾ ਦੀ। ਤੇ ਮੈਂ BJP ਦਾ, ਤੇ ਮੈਂ BJP ਦਾ ਮੈਨੂੰ ਕਹਿਣਗੇ ਤਾਂ ਕੀ ਨੁਕਸਾਨ ਆ ਜੀ ਉਹਦੇ 'ਚ? ਕੋਈ ਬੁਰਾ ਹੋ ਗਿਆ ਉਹਨਾਂ ਨੂੰ? ਨਾ ਮੰਨਣ ਉਸ ਵਿਚਾਰਧਾਰਾ ਨੂੰ। ਤੇ ਪੂਰੀ ਸਮਾਜਿਕ ਮਾਨਤਾ ਉਹਨਾਂ ਦੇ ਲਈ। ਤੇ ਇਹ ਇੱਕ ਕਿਸਾਨਾਂ ਨੂੰ ਕਿਹਾ ਗਿਆ। ਕਿਸਾਨਾਂ ਨੂੰ ਤਾਂ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ। ਕਿਸਾਨਾਂ ਨੂੰ ਤਾਂ ਉੱਥੇ ਸੜਕਾਂ 'ਤੇ ਬਿਠਾਇਆ ਹੋਇਆ, ਉਹਨਾਂ ਨੂੰ ਰੋਲ ਰਹੇ ਆ ਇਹ ਕਿਸਾਨੀ ਨੂੰ। ਇਹ ਦੇਸ਼ ਦਾ ਵੀ ਨੁਕਸਾਨ ਕਰ ਰਹੇ ਆ, ਸਮਾਜ ਦਾ ਵੀ ਨੁਕਸਾਨ ਕਰ ਰਹੇ ਆ। ਤੇ ਉਹਦੇ 'ਚ BJP ਵਾਲਿਆਂ ਨੇ ਬੁਰਾ ਕਹਿਤਾ। BJP ਵਾਲਿਆਂ ਨੇ ਉਹਨੂੰ ਕਹੋ ਗੋਲੀ ਮਾਰ ਦੇਣ BJP ਵਾਲਿਆਂ ਦੇ। ਇਹਨਾਂ ਦਾ ਕੁਝ ਨਹੀਂ ਹੋਣਾ ਇਹਦੇ 'ਚ। ਇਹਨਾਂ ਦਾ ਖਾਤਮਾ ਹੀ ਤਾਂ ਹੋਣਾ। ਇੱਥੇ ਦੋ ਤਰ੍ਹਾਂ ਦੇ ਲੋਕ ਆ ਇਸ ਦੇਸ਼ 'ਚ ਇਸ ਵੇਲੇ,
ਇੱਕ ਪਾਸੇ ਤਾਂ ਕੁਝ ਲੋਕ ਮਾਰਨ ਨੂੰ ਘੁੰਮ ਰਹੇ ਆ, ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ, ਪੰਜਾਬ ਦੀ ਏਕਤਾ ਅਖੰਡਤਾ ਖਰਾਬ ਕਰਨ ਲਈ, ਪੰਜਾਬ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ ਥਲੱਗ ਪੈ ਜੇ ਉਹਦੇ ਲਈ। ਦੂਜੇ ਪਾਸੇ ਬੀਜੇਪੀ ਦੇ ਲੋਕ ਉਹ ਨੇ ਔਰ ਬਾਕੀ ਦੇਸ਼ ਭਗਤ ਲੋਕ ਉਹ ਨੇ ਜਿਹੜੇ ਪੰਜਾਬ ਦੀ ਏਕਤਾ ਅਖੰਡਤਾ ਲਈ, ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਭਾਈਚਾਰਕ ਸਾਂਝ ਲਈ ਜਾਨ ਦੇਣ ਨੂੰ ਫਿਰਦੇ ਆ, ਦੂਜੇ ਜਾਨ ਲੈਣ ਨੂੰ ਫਿਰਦੇ ਆ। ਆਹ ਫਰਕ ਆ ਦੋਨਾਂ ਲੋਕਾਂ 'ਚ। ਇਹ ਦੇਸ਼ ਦੇ ਲੋਕਾਂ ਨੂੰ ਇਹ ਦੱਸੋ, ਦੁਨੀਆ 'ਚ ਇਹ ਦੱਸੋ ਕਿ ਬੀਜੇਪੀ ਜਿਹੜੀ ਆ ਉਹ ਦੇਸ਼ ਭਗਤ ਜਮਾਤ ਆ। ਉਹ ਦੇਸ਼ ਭਗਤ ਵਰਕਰਾਂ ਨੂੰ, ਗਰੀਬ ਵਰਕਰਾਂ 'ਤੇ ਜ਼ੁਲਮ ਕਰਦੇ ਆ, ਇਹ ਜ਼ਾਲਿਮ ਨੇ। ਉਹਨਾਂ ਦੀ ਗੱਲ ਤੁਸੀਂ ਦੱਸਦੇ ਨਹੀਂ, ਸਾਡੇ ਤੇ ਕਹੀ ਜਾਂਦੇ ਹੋ ਕਿ ਅਸੀਂ ਗਲਤ ਕਰਦੇ ਹਾਂ। ਸਾਡਾ ਪ੍ਰਧਾਨ ਮੰਤਰੀ ਕਿਸਾਨ ਹੇਤੂ ਪ੍ਰਧਾਨ ਮੰਤਰੀ ਹੈ ਔਰ ਕੋਈ ਸਰਕਾਰ ਦੇਸ਼ ਦੀ ਕਿਸਾਨਾਂ ਦੇ ਖਿਲਾਫ ਨਹੀਂ ਹੋ ਸਕਦੀ। ਮੈਂ ਪਹਿਲਾਂ ਦੱਸ ਕੇ ਹਟਿਆ, ਅਗਰੇਰੀਅਨ ਬੇਸਡ ਇਕਨੋਮੀ ਹੈ ਸਾਡੀ, ਕਿਸ ਤਰ੍ਹਾਂ ਖਿਲਾਫ ਹੋ ਜੂਗੀ ਸਰਕਾਰ? ਤਾਂ ਇੱਥੇ ਆਰਥਿਕਤਾ ਅਸੀਂ ਖਤਮ ਕਰਨੀ ਹੈ ਇਸ ਦੇਸ਼ ਦੀ। ਭਾਜਪਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਦੇ ਵਿੱਚ ਪੰਜਾਬ ਦੀ ਵਾਗਡੋਰ ਸੀ, ਕਈ ਗੱਲਾਂ ਸਾਹਮਣੇ ਆਉਂਦੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਕੰਮ ਨਹੀਂ ਕਰਦੇ, ਇਦਾਂ ਦੇ ਨੇ ਉੱਦਾਂ ਦੇ ਨੇ, ਕਈ ਗੱਲਾਂ ਸਾਹਮਣੇ ਆਉਂਦੀਆਂ ਨੇ। ਹੁਣ ਜਦੋਂ ਉਹਨਾਂ ਨੂੰ ਪਾਰਟੀ ਤੋਂ ਲਾਂਭੇ ਕਰ ਦਿੱਤਾ ਗਿਆ, ਇੱਕ ਤਰ੍ਹਾਂ ਦਾ ਲਾਂਭਾ ਹੀ ਕਰ ਦਿੱਤਾ ਗਿਆ, ਕਿਉਂਕਿ ਜਦੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ, ਉਹ ਖੁਦ ਕਹਿ ਰਹੇ ਨੇ ਕਿ ਮੈਂ ਕਾਂਗਰਸ ਛੱਡੂੰਗਾ, ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਊਂਗਾ। ਦੂਜੇ ਪਾਸੇ ਭਾਜਪਾ ਜਿਹੜੇ ਲੀਡਰ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਤਰਸ ਆਉਣ ਲੱਗ ਗਿਆ ਕੈਪਟਨ ਅਮਰਿੰਦਰ ਸਿੰਘ ਤੇ। ਉਹ ਕਿਉਂ ਤਰਸ ਨਹੀਂ ਆਇਆ? ਦੇਖੋ, ਪੰਜਾਬ ਦੇ ਅੰਦਰ ਦੋ ਹੀ ਲੀਡਰ ਨੇ ਅੱਜ ਵੀ। ਕਿਹੜੇ? ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੈਂ ਹਮੇਸ਼ਾ ਕਿਹਾ, ਪਹਿਲਾਂ ਵੀ ਕੱਢ ਲਓ ਉਹਦਾ, ਉਹ ਰਾਜਨੀਤੀ ਦੀ ਯੂਨੀਵਰਸਿਟੀ ਨੇ। ਜਿੰਨੀ ਮੇਰੀ ਉਮਰ ਨਹੀਂ ਉਹਨਾਂ ਦੀ ਰਾਜਨੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਬੜੀ ਰਾਜਨੀਤੀ ਹੈ, ਉਹ ਵੀ ਰਾਜਨੀਤੀ ਦੀ ਯੂਨੀਵਰਸਿਟੀ ਨੇ। ਕਿੱਦਾਂ? ਜਿਹੜੀ ਕੌਮ ਦੀ ਨਸਲਕੁਸ਼ੀ ਕੀਤੀ ਹੋਵੇ ਕਾਂਗਰਸ ਨੇ, ਸਿੱਖਾਂ ਦਾ ਕਤਲੇਆਮ ਮਚਾਇਆ ਹੋਵੇ ਕਾਂਗਰਸ ਨੇ, ਸਿੱਖ ਸੰਸਥਾਵਾਂ ਨੂੰ ਢਹਿ ਢੇਰੀ ਕੀਤਾ ਹੋਵੇ, ਅਕਾਲ ਤਖਤ ਸਾਹਿਬ ਨੂੰ ਗਿਰਾਤਾ ਹੋਵੇ, ਦਰਬਾਰ ਸਾਹਿਬ 'ਤੇ ਗੋਲੀਆਂ ਮਾਰਤੀਆਂ ਹੋਣ, ਉਹ ਕਾਂਗਰਸ ਨੂੰ ਉਹਨਾਂ ਹੀ ਲੋਕਾਂ ਦੀਆਂ ਵੋਟਾਂ ਲੈ ਕੇ ਦੋ ਵਾਰ ਸੱਤਾ 'ਚ ਲੈ ਆਉਣਾ, ਇਹ ਕਿੱਡੀ ਵੱਡੀ ਰਾਜਨੀਤੀ ਹੈ ਔਰ ਕਿੰਨੇ ਬੜਾ ਉਹਨਾਂ ਦਾ ਸਕਿੱਲ ਹੈਗਾ। ਅਤੇ ਉਸ ਨੂੰ ਸਲੂਟ ਕਰਨਾ ਚਾਹੀਦਾ ਸੀ। ਔਰ ਸਿੱਖ ਕੌਮ ਲਈ, ਪੰਜਾਬੀਆਂ ਲਈ ਸ਼ਰਮਸਾਰ ਹੋਣ ਵਾਲੀ ਗੱਲ ਆ ਕਿ ਇੱਥੇ ਕਾਂਗਰਸ ਰਾਜ ਕਰ ਰਹੀ ਹੈ, ਉਹਨਾਂ ਦੀ ਕਾਤਲ। ਮਗਰ ਕੈਪਟਨ ਅਮਰਿੰਦਰ ਸਿੰਘ ਦੀ ਇਹ ਬਹੁਤ ਬੜੀ ਖੂਬੀ ਆ। ਮੈਂ ਤਾਂ ਇਹ ਸਮਝਦਾ ਸੀ ਜੇ ਸੋਨੀਆ ਗਾਂਧੀ ਨੂੰ ਰਾਜਨੀਤੀ ਆਉਂਦੀ ਹੁੰਦੀ, ਰਾਹੁਲ ਨੂੰ, ਪ੍ਰਿੰਕਾ ਨੂੰ ਆਉਂਦੀ ਹੁੰਦੀ, ਉਹ ਕੈਪਟਨ ਅਮਰਿੰਦਰ ਸਿੰਘ ਕੋਲ ਇਹਨਾਂ ਨੂੰ ਰਾਜਨੀਤੀ ਸਿੱਖਣ ਭੇਜਦੀ, ਪੜ੍ਹਨ ਭੇਜਦੀ। ਉਹਨਾਂ ਨੇ ਉਲਟਾ ਇਸ ਨੂੰ ਅਪਮਾਨਿਤ ਕੀਤਾ। ਦੋ ਦੋ ਦਿਨ ਬੁਲਾ ਕੇ ਦਿੱਲੀ 'ਚ ਬੈਠੇ, ਮਿਲੇ ਨਹੀਂ। ਸਾਡੀ ਲੀਡਰਸ਼ਿਪ ਨੇ ਉਹਦਾ ਸਤਿਕਾਰ ਕੀਤਾ। ਜਦੋਂ ਉਹਨਾਂ ਨੇ ਕਿਹਾ ਅਸੀਂ ਮਿਲਣਾ, ਉਦੋਂ ਮਿਲੇ। ਉਹ ਕਿਉਂ ਕੀਤਾ? ਕਿਉਂਕਿ ਉਹਨਾਂ ਦੀ ਵਿਚਾਰਧਾਰਾ ਰਾਸ਼ਟਰਵਾਦ ਦੀ ਵਿਚਾਰਧਾਰਾ। ਜਦੋਂ ਰਾਸ਼ਟਰਵਾਦ ਦੀ ਗੱਲ ਆਉਂਦੀ ਹੈ, ਜਦੋਂ ਦੇਸ਼ ਹਿੱਤ ਦੀ ਗੱਲ ਆਉਂਦੀ ਆ, ਉਦੋਂ ਕਾਂਗਰਸ ਤੋਂ ਅਲੱਗ ਉਹਨਾਂ ਦੀ ਵਿਚਾਰਧਾਰਾ। ਇਸ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਤਾਂ ਪਹਿਲਾਂ ਵੀ ਕਰਦੇ ਸੀ, ਹੁਣ ਵੀ। ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਸ਼ਲਾਘਾ ਕੀਤੀ ਹੈ, ਕਹਿੰਦੇ ਤਾਂ ਉਹ ਵੀ ਨੇ ਕਿ ਖੇਤੀ ਕਾਨੂੰਨ ਨੇ ਜਿਹੜੇ ਉਹ ਠੀਕ ਨਹੀਂ ਹੈਗੇ। ਉਹ ਜੋ ਮਰਜ਼ੀ ਕਹੀ ਜਾਣ, ਸਾਰੀਆਂ ਗੱਲਾਂ ਥੋੜ੍ਹਾ ਉਹਨਾਂ ਦੀਆਂ ਮੰਨਾਂਗੇ, ਸਾਰੀਆਂ ਗੱਲਾਂ ਥੋੜ੍ਹਾ ਦੇਸ਼ ਲਈ ਠੀਕ ਨੇ। ਅਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਠੀਕ ਆ। ਉਹਨਾਂ ਦੀ ਗੱਲ ਹੋਮ ਮਿਨਿਸਟਰ ਨੇ ਸੁਣੀ। ਅਤੇ ਖੇਤੀ ਕਾਨੂੰਨਾਂ ਜਿਹੜੀ ਗਲਤੀ ਆ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਵੀ ਕਹਿੰਦੇ ਆ, ਲਓ ਮੇਰੇ ਨਾਲ ਹੀ ਬੈਠ ਕੇ ਡਿਸਕਸ਼ਨ ਕਰਵਾ ਦਿਓ। ਕਿਤੇ ਵੀ ਇੱਕ ਵੀ ਕਲੌਜ਼ ਦੇ ਅੰਦਰ ਕੋਈ ਗਲਤੀ ਹੋਵੇ, ਕੋਈ ਕਾਲਾ ਕਾਨੂੰਨ ਹੋਵੇ, ਮੈਨੂੰ ਤਾਂ ਲੱਭਿਆ ਨਹੀਂ। ਮੈਨੂੰ ਕੋਈ ਸਮਝਾ ਤਾਂ ਦੇਵੇ। ਕਿਸਾਨ ਆਗੂ ਕਹਿੰਦੇ ਅਸੀਂ ਬਹਿੰਦੇ ਹਾਂ, ਤੁਸੀਂ ਆਓ ਸਾਡੇ ਕੋਲ। ਉਹ ਕਾਹਨੂੰ ਬੈਠਦੇ ਆ? ਉਹ ਤਾਂ ਗੱਲਾਂ ਮਾਰਦੇ ਆ। ਉਹਨਾਂ ਨੇ ਕੁਝ ਨਹੀਂ ਕਹਿਣਾ, ਰੌਲਾ ਪਾਉਂਦੇ ਆ। ਉਹ ਤਾਂ ਹਮਲੇ ਕਰਵਾਉਂਦੇ ਆ ਸਾਡੇ 'ਤੇ। ਉਹ ਕੁਝ ਨਹੀਂ ਕਰਦੇ ਹੈਗੇ। ਉਹਨਾਂ ਕੋਲ ਤਰਕ ਵਾਲੀ ਤਾਂ ਗੱਲ ਕੋਈ ਹੈ ਹੀ ਨਹੀਂ, ਔਰ ਨਾ ਹੀ ਇੱਦਾਂ ਦੀ ਗੱਲ ਆ। ਹੁਣ ਤਾਂ ਉਹ ਰਾਜੇਵਾਲ ਪਹਿਲਾਂ ਥੋੜ੍ਹਾ ਬਹੁਤ ਠੀਕ ਹੁੰਦਾ ਸੀ, ਹੁਣ ਉਹ ਵੀ ਵਿਗੜ ਗਿਆ। ਹੁਣ ਉਹ ਉੱਥੇ ਵੀ ਉਹਦੀ ਪ੍ਰਾਪਰਟੀ ਬਣਨ ਲੱਗ ਗਈ ਆ, ਆਸਟ੍ਰੇਲੀਆ 'ਚ ਵੀ। ਆਪਣੇ ਬੱਚੇ ਬਾਹਰ ਭੇਜਤੇ, ਲੋਕਾਂ ਦੇ ਬੱਚਿਆਂ ਨੂੰ ਮਰਵਾਉਣਾ ਉਹਦਾ ਇੰਤਜ਼ਾਮ ਕਰੀ ਜਾਂਦਾ। ਗਰੇਵਾਲ ਸਾਹਿਬ, ਇੱਕ ਨਾ ਫੋਨੋ ਬੜਾ ਵਾਇਰਲ ਹੋਇਆ ਸੀ ਤੁਹਾਡਾ ਪਿਛਲੇ ਕੁ ਦਿਨ, ਇੱਕ ਨਿੱਜੀ ਚੈਨਲ ਦੇ ਉੱਤੇ ਤੁਸੀਂ ਫੋਨੋ ਦਿੱਤਾ ਸੀ। ਕਹਿੰਦੇ ਗਰੇਵਾਲ ਨੂੰ ਤਾਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ, ਉਹ ਕਿਸਾਨਾਂ ਦੀ ਜਿਹੜੀ ਮੁਸ਼ਕਲਾਂ ਉਹ ਕੀ ਸਮਝੂਗਾ? ਮੇਰੀ ਕੰਸਟੀਟਿਊਂਸੀ ਜਾ ਕੇ ਪੁੱਛ ਲਓ। ਕੋਈ ਐਸੀ ਔਰਤ ਇਹ ਨਹੀਂ ਕਹਿ ਸਕਦੀ ਜਾਂ ਤਾਂ ਮੈਂ ਸਿਰ 'ਤੇ ਹੱਥ ਰੱਖਦਾ ਮੇਰੀ ਬੇਟੀ ਆ, ਜਾਂ ਮੇਰੀ ਭੈਣ ਆ, ਜਾਂ ਪੈਰੀਂ ਹੱਥ ਲਾਉਣਾ ਮੇਰੀ ਮਾਂ। ਸਮਝ ਗਏ ਗੱਲ? ਇਹ ਗੱਲਾਂ ਐਵੇਂ ਸੁਣੀਆਂ ਸੁਣਾਈਆਂ ਨਾ ਕਰ ਦਿਆ ਕਰੋ। ਉਹ ਚੈਨਲ ਜਿਹੜਾ ਨਾ, ਉਹਨੇ ਪੈਸੇ ਲੈ ਕੇ ਮੇਰੇ ਖਿਲਾਫ ਸਾਜ਼ਿਸ਼ ਰਚੀ ਹੈ। ਉਹ ਜਿਹੜਾ ਕਹਿੰਦਾ ਸੀ, ਉਹ ਭੁੱਲਰ ਕਹਿੰਦਾ ਸੀ ਕਰਪਟਾ, ਉਹ ਸਮਰ ਵਾਲੇ ਹੀ ਨਾ, ਉਹਨਾਂ ਦੀ ਗੱਲ ਕਰਦੇ ਹੋ। ਇਹ ਮੈਂ ਵੈਬ ਚੈਨਲਾਂ 'ਤੇ ਇਸੇ ਕਰਕੇ ਬੋਲਦਾ ਨਹੀਂ ਹੈਗਾ। ਉਹਨਾਂ ਦਾ ਕੋਈ ਸਟੈਂਡਰਡ ਹੀ ਨਹੀਂ ਹੈ, ਕੋਈ ਗੱਲ ਹੀ ਨਹੀਂ ਹੈ। ਉਹਨਾਂ ਲਈ ਕਾਨੂੰਨ ਬਣਨਾ ਚਾਹੀਦਾ। ਇਹ ਬੰਦਿਆਂ ਨੂੰ ਇਹੋ ਜਿਹਿਆਂ ਨੂੰ ਜੇਲ੍ਹ ਭੇਜਣਾ ਚਾਹੀਦਾ। ਉਹ ਮੇਰੀ ਜਿਹੜੀ ਮੈਂ ਰਿਟਰਨ ਉਹਦੇ 'ਚ ਭਰੀ ਆ, ਇਲੈਕਸ਼ਨ ਲੜਿਆ ਸੀ ਵਿਧਾਨ ਸਭਾ ਦੀ, ਉਹ ਕੱਢ ਕੇ ਆ ਜ਼ਮੀਨ 100 ਕਰੋੜ ਦੀ ਆ, 200 ਕਰੋੜ ਦੀ ਆ, 300 ਕਰੋੜ ਦੀ ਲਿਆਵੇ, ਮੇਰੇ ਖਿਲਾਫ ਕਰੇ ਨਾ ਜੋ ਕਰਨਾ। ਉਹ ਤਾਂ ਖੁੱਲ੍ਹ ਕੇ ਬੋਲ ਰਹੇ ਨੇ। ਉਹ ਤਾਂ ਉਹਨਾਂ ਨੇ ਆਪਣਾ ਇੱਕ ਰਿਪੋਰਟ ਤਿਆਰ ਕੀਤੀ ਹੈ, ਬੋਲ ਰਹੇ ਨੇ। ਉਹ ਮੇਰੇ ਖਿਲਾਫ ਦੇਣ ਨਾ ਰਿਪੋਰਟ। ਉਹ ਸਾਜ਼ਿਸ਼ ਰਚੀ ਆ, ਪੈਸੇ ਲਏ ਆ, ਰਾਜਨੀਤਿਕ ਸਾਜ਼ਿਸ਼ ਆ ਉਹ। ਸਮਝ ਗਏ ਗੱਲ? ਜੇ ਕੋਈ ਗੱਲ ਆ ਤਾਂ ਮੇਰੇ ਖਿਲਾਫ ਕਰਾਉਣ, ਜਾਂਚ ਕਰਾਉਣ। ਇਹੀ ਜੀ ਕੋਈ ਗੱਲ ਨਹੀਂ, ਖੁੱਲ੍ਹ ਕੇ ਬੋਲ ਰਹੇ ਆ। ਤੁਸੀਂ ਵੀ ਮੇਰੀ ਜਾਂਚ ਕਰ ਲਓ, ਮੈਂ ਤੁਹਾਨੂੰ ਚੈਲੰਜ ਕਰਦਾ ਅੱਜ। ਜੇ ਇੱਕ ਵੀ ਚੀਜ਼ ਕੱਢ ਦਿਓ, ਇੱਕ ਵੀ ਬੰਦਾ ਇਹ ਕਹਦੇ ਗਰੇਵਾਲ ਨੇ ਕਿਸ ਤੋਂ ਪੈਸੇ ਲਏ ਨੇ, ਇੱਕ ਵੀ ਬੰਦਾ ਕਹਦੇ ਗਰੇਵਾਲ ਗਲਤ ਕੰਮ ਕਰਦਾ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਕੇ ਚਲਿਆ ਜਾਊਂਗਾ। ਮੈਂ RSS ਦਾ ਬੰਦਾ,
ਬੀਜੇਪੀ ਦਾ ਕਾਰਜਕਰਤਾ। ਸਮਝ ਗਏ ਗੱਲ? ਐਂ ਗੱਲਾਂ ਕਰਨੀਆਂ ਬਹੁਤ ਆਸਾਨ ਨੇ, ਇਹ ਗੱਲਾਂ ਨਾ ਕਰਿਆ ਕਰੋ। ਮੈਂ ਤੁਹਾਨੂੰ ਹੱਥ ਜੋੜਦਾ, ਕੋਈ ਦੇਸ਼ ਹਿੱਤ ਦੀ, ਕੋਈ ਸਮਾਜ ਹਿੱਤ ਦੀ ਗੱਲ ਕਰੀਏ। ਮੇਰੀ ਇੰਡੀਵਿਜੂਅਲ ਗੱਲ ਕਰਨ ਦਾ ਕੀ ਫਾਇਦਾ? ਮੈਂ ਤਾਂ ਇੱਕ ਛੋਟਾ ਜਿਹਾ ਕਾਰਜਕਰਤਾ ਔਰ ਮੈਂ ਤਾਂ ਲੋਕਾਂ ਦੀ ਸੇਵਾ ਕਰਨ ਵਾਲਾ। ਪਾਰਟੀ 'ਚ ਮੈਂ ਇੱਕ ਅਸੂਲ ਦੇ ਲਈ ਆਇਆ, ਵਿਚਾਰਧਾਰਾ ਦੇ ਲਈ ਆਇਆ। ਮੈਂ ਸਵਾਰਥ ਦੇ ਲਈ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਕਿ ਮੈਨੂੰ ਮੁੱਖ ਮੰਤਰੀ ਬਣਾਓ, ਮੈਨੂੰ ਆਹ ਬਣਾਓ। ਮੈਂ ਤਾਂ ਕੁਝ ਬਣਨਾ ਹੀ ਨਹੀਂ। ਠੀਕ ਹੈ। ਅੱਛਾ, ਜਿਹੜਾ ਕਿਸਾਨਾਂ ਦੇ ਹਿੱਤ ਵਿੱਚ ਬੋਲਦਾ ਹੈ ਉਹਨੂੰ ਕਹਿੰਦੇ ਪਾਰਟੀ ਤੋਂ ਲਾਂਭੇ ਕਰ ਦਿੱਤਾ ਜਾਂਦਾ। ਅਨਿਲ ਜੋਸ਼ੀ ਨੇ ਕਿਹਾ, ਉਹ ਦੂਜੇ ਪਾਸੇ ਆ ਜਿਹੜੇ ਹਰਦੀਪ ਭੁੱਲਰ ਨੇ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ। ਹਰਜੀਤ ਭੁੱਲਰ, ਉਹ ਯਾਰ ਸਾਡਾ ਲੀਡਰ ਕਿੱਥੇ ਸੀ ਹਰਜੀਤ ਭੁੱਲਰ? ਅਨਿਲ ਕੋਈ ਕਹਿ ਰਿਹਾ ਕਿ ਪੁੱਛ ਹੀ ਨਹੀਂ ਹੋਈ ਮੇਰੀ ਪਾਰਟੀ ਦੇ ਵਿੱਚ। ਉਹ ਗੱਲ ਸੁਣ ਲਓ, ਗੱਲ ਉਹਦੀ ਕੀ ਪੁੱਛ ਹੁੰਦੀ? ਉਹ ਸਾਡਾ ਐਮਐਲਏ ਰਿਹਾ, ਐਮਪੀ ਰਿਹਾ, ਕੀ ਰਿਹਾ? ਸਾਡਾ ਕੋਈ ਪ੍ਰਦੇਸ਼ ਪਦਾਧਿਕਾਰੀ ਰਿਹਾ, ਕੁਛ ਰਿਹਾ? ਉਹ ਕਹਿੰਦਾ ਮੈਂ ਇੰਨਾ ਸਮਾਂ ਹੋ ਗਿਆ ਭਾਜਪਾ ਦੇ ਵਿੱਚ ਕੰਮ ਕਰਦਿਆਂ ਨੂੰ, ਮੈਨੂੰ ਨਹੀਂ ਪੁੱਛਿਆ ਕਿਸੇ ਨੇ। ਸਾਡੇ 14 ਕਰੋੜ ਵਰਕਰ ਹੈ ਜੀ, ਹਰੇਕ ਨੂੰ ਐ ਨਹੀਂ ਕੀਤਾ ਜਾਂਦਾ। ਉਹ ਕੋਈ 14 ਕਰੋੜ ਚੋਂ ਜਿਹੜੇ ਜਿਹਦੇ ਸੰਸਕਾਰ ਨੇ ਪਾਰਟੀ ਦੇ, ਉਹ ਤਾਂ ਬੋਲਦਾ ਨਹੀਂ ਹੈ। ਅਸੀਂ ਪਤਾ ਕਿਸ ਲਈ ਜੁੜ ਕੇ ਬੈਠਦੇ ਹਾਂ? ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਏਕਾਤਮ ਮਾਨਵ ਦਰਸ਼ਨ ਸਾਨੂੰ ਇਹ ਦਿੱਤਾ। ਮੈਂ ਜਿਸ ਦੱਸ ਦਿੰਦਾ ਉਹਦੀ, ਕਿ ਜਿਹੜਾ ਆਖਰੀ ਵਿਅਕਤੀ ਹੈ ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਦਾ, ਸਮਾਜ ਦਾ ਭਲਾ ਨਹੀਂ ਹੋ ਸਕਦਾ। ਅਸੀਂ ਉਹਦੇ ਲਈ ਜੁੜ ਕੇ ਬੈਠਦੇ ਹਾਂ, ਜਿਹੜੇ 14 ਕਰੋੜ ਵਰਕਰ ਬੈਠਦੇ ਹਾਂ। ਅਸੀਂ ਕੋਈ ਇਹ ਨਹੀਂ ਬੈਠਦੇ ਕਿ ਮੈਨੂੰ ਮੇਰੀ ਪੁੱਛ ਕਰੋ, ਮੇਰਾ ਆਹ ਕਰੋ। ਇਹਦਾ ਮਤਲਬ ਉਹਨੂੰ ਪਾਰਟੀ ਦੀ ਵਿਚਾਰਧਾਰਾ ਹੀ ਨਹੀਂ ਪਤਾ ਜਿਹੜਾ ਇੱਦਾਂ ਦੀ ਗੱਲ ਕਰਦਾ। ਤੇ ਉਹਦੀ ਸਾਡੇ ਨਾਲ ਕੀ ਗੱਲ ਕਰਨੀ ਹੈ? ਅਨਿਲ ਜੋਸ਼ੀ ਬਾਰੇ ਕੀ ਕਹੋਗੇ? ਅਨਿਲ ਜੋਸ਼ੀ ਨੂੰ ਅਸੀਂ ਬਹੁਤ ਕੁਝ ਦਿੱਤਾ, ਮਿਨਿਸਟਰ ਬਣਾਇਆ, ਸਭ ਕੁਝ ਬਣਾਇਆ। ਉਹ ਕਹਿੰਦਾ ਮੈਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਆ, ਇਸ ਕਰਕੇ ਮੈਨੂੰ ਲਾਂਭੇ ਕਰ ਦਿੱਤਾ ਗਿਆ। ਉਹ ਕਿਹੜਾ ਕਿਸਾਨ ਆ? ਪਹਿਲਾਂ ਤਾਂ ਉਹਦੇ ਕੋਲ 1 ਬਿੱਗਾ ਜ਼ਮੀਨ ਨਹੀਂ ਹੈ। ਆ ਹੁਣ ਮਿਨਿਸਟਰ ਬਣ ਕੇ ਬਣਾ ਲਈ ਹੋਵੇ ਤਾਂ ਅਲੱਗ ਗੱਲ ਆ। ਪਰ ਮੈਂ ਇੰਡੀਵਿਜੂਅਲੀ, ਮੇਰਾ ਤਾਂ ਉਹ ਛੋਟਾ ਭਰਾ ਬੱਚਿਆਂ ਵਰਗਾ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ। ਪਰ ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਅਨਿਲ ਜੋਸ਼ੀ ਨੂੰ ਮਿਨਿਸਟਰ ਬਣਾਇਆ, ਉਹ ਤੋਂ ਸੀਨੀਅਰ ਲੋਕ ਸਾਡੇ ਇੱਥੇ ਬੈਠੇ ਸੀ। 4-4 ਵਾਰ ਦੇ ਵਿਧਾਇਕ ਬੈਠੇ ਸੀ, ਜਿਨ੍ਹਾਂ ਨੂੰ ਇੱਕ ਪਾਸੇ ਕਰਤਾ। ਉਹਨੂੰ ਕੈਬਨਿਟ ਮਿਨਿਸਟਰ ਬਣਾਤਾ, ਉਹਨੂੰ ਡਿਪਾਰਟਮੈਂਟ ਵਧੀਆ ਦਿੱਤਾ। ਤੇ ਉਸ ਵੇਲੇ ਉਹ ਲੋਕ ਨਹੀਂ ਬੋਲ ਸਕਦੇ ਸੀ। ਉਹ ਅਨੁਸ਼ਾਸਨ 'ਚ ਰਹਿਣ ਵਾਲਾ ਨਹੀਂ, ਉਹ ਸਾਡੇ ਲੀਡਰ ਦੇ ਖਿਲਾਫ ਬੋਲਦਾ ਸੀ। ਖੇਤੀ ਕਾਨੂੰਨ ਜਿਹੜੇ ਨੇ, ਉਹ ਮੋਦੀ ਜੀ ਦੇ ਖਿਲਾਫ ਬੋਲਣ ਲੱਗ ਗਿਆ ਸੀ ਕਿ ਕਾਲੇ ਕਾਨੂੰਨ ਬਣਾਤੇ, ਆਹ ਕਰਤਾ। ਤੇ ਉਹ ਸਾਡੀ ਪਾਰਟੀ ਦੀ ਹਾਈ ਕਮਾਂਡ ਦੇ ਖਿਲਾਫ ਬੋਲਦਾ ਸੀ। ਉਹ ਬਰਦਾਸ਼ਤ ਨਹੀਂ ਹੈ ਇੱਥੇ। ਇੱਥੇ ਤਾਂ ਆਰਮੀ ਵਾਲਾ ਕੰਮ ਆ, ਜੇ ਰਹਿਣਾ ਰਹੋ, ਨਹੀਂ ਰਹਿਣਾ ਨਾ ਰਹੋ। ਸਾਡੀ ਵਿਚਾਰਧਾਰਾ ਦੇਸ਼ ਹਿੱਤ 'ਚ ਆ। ਸਾਡੀ ਵਿਚਾਰਧਾਰਾ ਇਸ ਦੇਸ਼ ਨੂੰ ਮਜ਼ਬੂਤ ਕਰਨ ਵਾਲੀ ਆ। ਜਿਹਨੂੰ ਨਹੀਂ ਪਸੰਦ ਹੈਗੀ, ਸਾਨੂੰ ਉਹਦੀ ਜ਼ਰੂਰਤ ਨਹੀਂ ਹੈ। ਸਾਡੇ ਨਾਲ ਲੋਕ ਬਹੁਤ ਨੇ। ਸਾਡੇ ਪ੍ਰਧਾਨ ਮੰਤਰੀ ਨੇ 3ਜੀ ਵਾਰ ਵੀ ਪ੍ਰਧਾਨ ਮੰਤਰੀ ਬਣਨਾ। ਲੋਕਾਂ ਨੇ ਸਰਕਾਰ ਲੈ ਕੇ ਆਉਣੀ ਹੈ। ਆ ਜਿਹੜੇ ਗੱਲਾਂ ਕਰਦੇ ਆ ਨਾ, ਅਸੀਂ ਬੰਗਾਲ 'ਚ ਮਾਂਜਤੇ, ਅਸੀਂ ਉੱਤਰਾਖੰਡ 'ਚ ਮਾਂਜਾਂਗੇ, ਯੂਪੀ 'ਚ ਮਾਂਜਾਂਗੇ, ਪੰਜਾਬ 'ਚ ਮਾਂਜਾਂਗੇ। ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਦੱਸ ਦਿਓ, ਅਕਲ ਦੇ ਦਿਓ ਕਿ ਭਾਈ ਸਾਹਿਬ ਤੁਸੀਂ ਨਹੀਂ ਮਾਂਜੇ। ਸਾਡੇ ਕੋਲ 3 ਸੀਟਾਂ ਸੀ, 10% ਵੋਟਾਂ ਸੀ ਬੰਗਾਲ 'ਚ। ਅਸੀਂ 3 ਤੋਂ 77 ਤੇ ਪਹੁੰਚ ਗਏ। ਜਿਹੜੇ ਮਾਂਜੇ ਗਏ ਕਮਿਊਨਿਸਟ ਔਰ ਕਾਂਗਰਸ, ਉਹਨਾਂ ਨੂੰ ਪੁੱਛੋ। ਅਸੀਂ ਤਾਂ ਉੱਥੇ ਵਧੇ ਹਾਂ। ਠੀਕ ਆ। ਇੱਥੇ ਪੰਜਾਬ 'ਚ ਸਾਡੇ ਕੋਲ 2 ਸੀਟਾਂ ਨੇ, 2 ਤੋਂ ਸਾਡੇ ਕੋਲ 20 ਹੋਣਗੀਆਂ, 50 ਹੋਣਗੀਆਂ, 100 ਹੋਣਗੀਆਂ। ਵਧਣਾ ਹੀ ਆ ਅਸੀਂ। ਅਸੀਂ ਇਸ ਤੋਂ ਨੀਚੇ ਕਿੱਥੇ ਲੈ ਜਾਓਗੇ ਸਾਨੂੰ? ਆਓ ਮਾਂਜਣ ਆ ਜਾਓ। ਅਸੀਂ ਚੈਲੰਜ ਕਰਦੇ ਹਾਂ। ਅਸੀਂ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੀ ਗੱਲ ਵੀ ਸੁਣਾਂਗੇ, ਉਹਨਾਂ ਦੀਆਂ ਪ੍ਰੋਬਲਮ ਨੂੰ ਐਡਰੈਸ ਕਰਾਂਗੇ। ਉਸ ਦੇ ਬਾਵਜੂਦ ਵੀ ਰਾਜੇਵਾਲ ਨੂੰ ਚੈਲੰਜ ਕਰਦੇ ਹਾਂ ਕਿ ਵਿਰੋਧ ਕਰ ਲੈਣਾ ਸਾਡਾ, ਮਾਂਜ ਕੇ ਦੇਖ ਲੈਣਾ। ਇਹ ਪਾਰਟੀ ਆ, ਇਹ ਦੇਸ਼ ਭਗਤਾਂ ਦੀ ਪਾਰਟੀ ਆ, ਇਹਨੂੰ ਨਹੀਂ ਮਾਂਜ ਸਕਦੇ ਤੁਸੀਂ। ਗਰੇਵਾਲ ਸਾਹਿਬ, ਕਿਸਾਨਾਂ ਦੇ ਉੱਤੇ ਝੂਠੇ ਪਰਚੇ ਦਰਜ ਹੁੰਦੇ ਨੇ ਆ, ਡਾਂਗਾ ਸੋਟੇ ਚੱਲਦੇ ਨੇ। ਕਰਨਾਲ ਦੀ ਗੱਲ ਕਰ ਰਿਹਾ ਮੈਂ। ਉਹਨੂੰ, ਉਸ ਘਟਨਾਕ੍ਰਮ ਨੂੰ ਕਿੰਨਾ ਕੁ ਜਾਇਜ਼ ਦੇਖਦੇ ਹੋ ਤੁਸੀਂ ਜਾਂ ਠਹਿਰਾਉਂਦੇ ਹੋ ਉਸ ਘਟਨਾ ਨੂੰ? ਤੁਸੀਂ ਯਾਰ ਪੱਤਰਕਾਰ ਹੋ, ਸਾਰੀ ਗੱਲ ਠੀਕ ਕਰਿਆ ਕਰੋ। ਡਾਂਗਾਂ ਵੀ 2 ਤਰ੍ਹਾਂ ਦੀਆਂ ਹੋ ਗਈਆਂ। ਇੱਕ ਡਾਂਗ ਮਿੱਠੀ ਆ, ਉਹਦਾ ਸਵਾਦ ਬਹੁਤ ਮਿੱਠਾ। ਇੱਕ ਡਾਂਗ ਕੌੜੀ ਆ, ਉਹਦਾ ਸਵਾਦ ਬਹੁਤ ਕੌੜਾ। ਉਹ ਕਿਵੇਂ? ਆ ਪੰਜਾਬ 'ਚ ਮੋਗੇ ਕੁੱਟੇ ਸੀ, ਉਹਦੇ ਲਈ ਤਾਂ ਕਦੇ ਗੱਲ ਹੀ ਨਹੀਂ ਕੀਤੀ ਕਿ ਸਾਡੇ ਡਾਂਗਾਂ ਪਈਆਂ। ਨਾ ਤੁਸੀਂ ਕਰਦੇ ਹੋ। ਤੁਸੀਂ ਡਾਂਗਾਂ ਕਰਦੇ ਆ ਗਰੇਵਾਲ ਸਾਹਿਬ, ਕਰਦੇ ਨਹੀਂ ਕਰਦੇ। ਤੁਸੀਂ ਕਰਦੇ ਹੋ ਕਰਨਾਲ ਦੀ ਗੱਲ। ਕਰਨਾਲ ਭਾਈ ਸਾਹਿਬ, ਜਿਹੜੇ 3 ਬੰਦੇ ਪਹਿਲਾਂ ਤੁਸੀਂ ਵੀਡੀਓ ਦੇਖੀ ਆ, ਉਹਨਾਂ 'ਚੋਂ ਹੀ, ਕਿਸਾਨਾਂ 'ਚੋਂ ਕਿਹੜੇ ਅਨਸਰ ਸੀ ਉਹ ਮੈਨੂੰ ਨਹੀਂ ਪਤਾ। ਉਹ ਨਿਕਲ ਕੇ ਗਏ ਆ। ਉਹ ਉਹਨਾਂ ਦੇ ਇੱਕ ਤਾਂ ਕਹੀ ਮਾਰਨ ਗਿਆ, ਦੂਜੇ ਨੇ ਡਾਂਗ ਮਾਰੀ ਆ। ਉਹ ਕਿਸ ਤਰ੍ਹਾਂ ਬਚੇ ਨੇ? ਉਹ ਪੁਲਿਸ ਵਾਲੇ ਵੀ ਕਿਸੇ ਦੇ ਬੱਚੇ ਨੇ ਯਾਰ। ਉਹਨਾਂ ਨੂੰ ਮਾਰਨ ਦਾ ਕਿਸੇ ਦਾ ਕੀ ਅਧਿਕਾਰ ਆ? 3 ਬੰਦਿਆਂ ਦੀ ਗਲਤੀ ਲਈ ਤੁਸੀਂ ਕਹਿੰਦੇ ਹੋ ਕਿ 100 ਬੰਦਿਆਂ ਦੇ ਉੱਤੇ ਡਾਂਗਾ ਚਲਾ ਦਿਓ। ਆਪਣੇ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਉਹਨਾਂ ਦੀ ਡਿਊਟੀ ਹੈ ਜਾਂ ਸਾਡੀ ਹੈ? ਜੇ ਪੁਲਿਸ ਵਾਲਿਆਂ ਦੇ ਪੱਥਰ ਮਾਰੋਗੇ, ਉਹਨਾਂ ਨੂੰ ਮਾਰੋਗੇ, ਤਾਂ ਫਿਰ ਡਾਂਗਾ ਨਹੀਂ ਉਹ ਬਣਾਉਣਗੇ? ਕਿੱਦਾਂ ਦੀਆਂ ਗੱਲਾਂ ਕਰਦੇ? ਉਹਨਾਂ ਨੂੰ ਸਮਝਾਓ ਯਾਰ। ਐਸਡੀਐਮ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਤਬਾਦਲਾ ਕਰ ਦਿੱਤਾ ਗਿਆ। ਤਾਂ ਫਿਰ ਕੀ ਹੋ ਗਿਆ? ਕਾਰਵਾਈ ਹੋ ਜੂਗੀ। ਕਾਰਵਾਈ ਇਦਾਂ ਹੀ ਕਦੋਂ ਤੱਕ ਹੋਊਗੀ ਗਰੇਵਾਲ ਸਾਹਿਬ? ਸਵਾਲ ਤਾਂ ਆਹੀ ਹੁੰਨੇ ਨਾ। ਤੁਸੀਂ ਪਤਾ ਕੀ ਕਹਿੰਦੇ ਹੋ? ਤੁਸੀਂ ਡਿਕਟੇਟਰਸ਼ਿਪ ਚਾਹੁੰਦੇ ਹੋ। ਇਸ ਮੁਲਕ 'ਚ ਲੋਕਤੰਤਰ ਨਹੀਂ ਚਾਹੁੰਦੇ। ਤੁਸੀਂ ਚਾਹੁੰਦੇ ਹੋ ਕਿ ਨਾ ਅਪੀਲ ਹੋਵੇ, ਨਾ ਦਲੀਲ ਹੋਵੇ, ਸਿੱਧਾ ਫਾਂਸੀ ਚੜਾ ਦਿਓ। ਤੇ ਜਿੱਥੇ ਵੀ ਤੁਹਾਡੀ ਗੱਲ, ਇਹ ਕਮਿਊਨਿਸਟਾਂ ਦਾ ਕੰਮ ਹੀ ਇਹੀ ਹੁੰਦਾ। ਇਸ ਕਰਕੇ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ। ਉਹ ਅਪੀਲ ਦਲੀਲ ਹੁੰਦੀ ਹੈ, ਉਹਦੀ ਜਾਂਚ ਚੱਲ ਰਹੀ ਹੈ, ਰਿਪੋਰਟ ਆਊਗੀ, ਉਸ ਵੇਲੇ ਜੋ ਕਾਰਵਾਈ ਹੋਣੀ ਹੋ ਜੂਗੀ। ਗਰੇਵਾਲ ਸਾਹਿਬ, ਜਾਂਚ ਕੀ? ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਿਰ ਦੇ ਵੀ ਸਾਫ਼ ਆ, ਕਹੀ ਮਾਰਨ ਵਾਲਾ ਵੀ ਸਾਫ਼ ਆ, ਉਹਨੂੰ ਵੀ ਪੁੱਛ ਲਓ ਜਾ ਕੇ। ਡਾਂਗ ਮਾਰਨ ਵਾਲਾ ਵੀ ਸਾਫ਼ ਆ, ਉਹਦੀ ਤਾਂ ਗੱਲ ਨਹੀਂ ਤੁਸੀਂ ਕਰਦੇ। ਉਹ ਅਧਿਕਾਰ ਦੇਤਾ ਤੁਹਾਨੂੰ। ਦੂਜੇ ਤੇ ਹਮਲਾ ਕਰਨ ਦਾ ਅਧਿਕਾਰ ਆ, ਜੇ ਤੁਹਾਡੇ ਤੇ ਹੋ ਗਿਆ ਤਾਂ ਅਧਿਕਾਰ ਨਹੀਂ ਹੈ। ਆਪਣੇ ਆਪ ਨੂੰ ਬਚਾਉਣਾ ਅਗਲਿਆਂ ਨੇ।
ਸੈਲਫ ਡਿਫੈਂਸ ਸਭ ਬਹੁਤ ਕੁਝ ਹੁੰਦਾ। ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸਵਾਲ ਸੁਣ ਲਓ ਗਰੇਵਾਲ ਸਾਹਿਬ, ਸਵਾਲ ਸੁਣ ਲਓ। ਨਾ ਫਲਾਓ ਗੁੰਡਾਗਰਦੀ, ਨਾ ਗੁੰਡਿਆਂ ਦੀ ਸਮਰਥਨ ਕਰੋ, ਇਹ ਨਾ ਕਰੋ। ਮੈਂ ਹੱਥ ਜੋੜਦਾ, ਇਹ ਦੇਸ਼ 'ਚੋਂ ਲੋਕਤੰਤਰ ਖਤਮ ਹੋ ਜਾਊਗਾ। ਜੇ ਲੋਕਤੰਤਰ ਖਤਮ ਹੋ ਗਿਆ ਦੁਬਾਰਾ ਉਹੀ ਦਿਸ਼ਾ ਨੂੰ ਜਾਵਾਂਗੇ। ਹੈਲਦੀ ਡੈਮੋਕ੍ਰੇਸੀ ਦੇ ਲਈ ਇੱਕ ਦੂਜੇ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਸ਼ਾਂਤਮਈ ਅੰਦੋਲਨ ਕਰੋ, ਸਭ ਨੂੰ ਅਧਿਕਾਰ ਆ। ਕਾਲੇ ਝੰਡੇ ਦਿਖਾਓ, ਸਭ ਨੂੰ ਅਧਿਕਾਰ ਆ। ਜੋ ਗੁੰਡਾਗਰਦੀ ਕਰਦੇ ਹੋ, ਤੁਹਾਨੂੰ ਤਾਂ ਸਾਰੀ ਜਗ੍ਹਾ ਜਾਣ ਦਾ ਅਧਿਕਾਰ ਆ, ਸਾਨੂੰ ਕਿਸੇ ਜਗ੍ਹਾ ਜਾਣ ਦਾ ਅਧਿਕਾਰ ਨਹੀਂ ਹੈ। ਸਾਨੂੰ ਘਰ ਤੋਂ ਬਾਹਰ ਜਾਣ ਦਾ ਅਧਿਕਾਰ ਨਹੀਂ ਹੈ। ਇਹ ਕਿਹਨੇ ਕਿਹਾ ਜੀ? ਇਹ ਕਿਹੜੀ ਡੈਮੋਕ੍ਰੇਸੀ ਹੈ? ਕਿਹੜਾ ਅੰਦੋਲਨ ਹੈ ਇਹ? ਇਹ ਸ਼ਾਂਤਮਈ ਅੰਦੋਲਨ ਹੈ। MLA ਦੇ ਕੱਪੜੇ ਫਾੜ ਦਿਓ, ਉਹਦੇ ਤੇ ਕੋਈ ਮੁਕੱਦਮਾ ਹੀ ਨਾ ਦਰਜ ਹੋਵੇ। ਉਹਦੇ ਲਈ ਜਗਜੀਤ ਸਿੰਘ ਡੱਲੇਵਾਲ ਜਾ ਕੇ ਧਰਨੇ ਤੇ ਬੈਠ ਜੇ, ਇਹ ਸੰਯੁਕਤ ਕਿਸਾਨ ਮੋਰਚੇ ਦਾ, ਕਿ ਇਹ ਸ਼ਰੀਫ ਲੋਕ ਨੇ, ਇਹਨਾਂ ਨੂੰ ਕਿਉਂ ਫੜ ਲਿਆ, ਛੱਡੋ, ਛਡਵਾ ਕੇ ਲੈ ਕੇ ਜਾਵੇ। ਇਹ ਡੈਮੋਕ੍ਰੇਸੀ ਆ? ਇਹ ਲੋਕਤੰਤਰ ਆ? MLA ਦੇ ਕੱਪੜੇ ਫਾੜੋਗੇ, ਮੌਬ ਲਿੰਚਿੰਗ ਕਰੋਗੇ, ਇਹ ਕੋਈ ਤਰੀਕਾ ਹੈਗਾ? ਇਹ ਬੰਦ ਕਰੋ ਇਹਨਾਂ ਨੂੰ। ਇਹ ਚੱਲਣਾ ਨਹੀਂ ਬਹੁਤੇ ਦਿਨ ਮੁਲਕ ਦੇ ਅੰਦਰ, ਔਰ ਇਹ ਨੁਕਸਾਨ ਕਰਨਗੇ ਪੰਜਾਬ ਦਾ। ਇਹ ਪੰਜਾਬ ਦੇ ਬੱਚਿਆਂ ਦਾ ਨੁਕਸਾਨ ਕਰਨਗੇ, ਯੂਥ ਦਾ। ਇਹਦੇ ਲਈ ਰਾਜੇਵਾਲ ਹੋਣੀ ਜ਼ਿੰਮੇਦਾਰ ਹੋਣਗੇ। ਆਪਦੇ ਬੱਚੇ ਵਿਦੇਸ਼ਾਂ 'ਚ ਭੇਜਤੇ ਸਾਰਿਆਂ ਨੇ, ਲੱਖਾਂ ਕਰੋੜਾਂ ਰੁਪਇਆ ਇਹਨਾਂ ਕੋਲ ਆ ਗਿਆ। ਇਹਨਾਂ ਦਾ ਹਿਸਾਬ ਕਿਤਾਬ ਲਓ। ਇਹ ਅੰਦੋਲਨ ਦੇ ਲਈ ਅੰਦੋਲਨ ਕਰ ਰਹੇ ਆ, ਨਾ ਕਿ ਕਿਸਾਨ ਹਿੱਤਾਂ ਦੇ ਲਈ। ਕਿਸਾਨਾਂ ਦੀਆਂ ਸਾਰੀਆਂ ਗੱਲਾਂ ਸਰਕਾਰ ਮੰਨਣ ਨੂੰ ਤਿਆਰ ਆ। ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ, ਮੈਂ ਅੱਜ ਵੀ ਕਹਿਣਾ, ਇਹ ਕਾਨੂੰਨ ਵੀ ਅੱਛੇ ਆ, ਪਰ ਫਿਰ ਵੀ ਕਿਸਾਨ ਜੋ ਕਹਿਣ ਬਦਲਣ ਨੂੰ ਤਿਆਰ ਆ। ਐਵੇਂ ਗਲਤ ਗੱਲਾਂ ਦੀ ਸਮਰਥਨ ਨਾ ਕਰਿਆ। ਗਰੇਵਾਲ ਸਾਹਿਬ, ਤੁਸੀਂ ਇਹ ਕਿਹਾ ਕਿ ਜਿਹੜੇ ਕਿਸਾਨ ਆਗੂ ਨੇ ਉਹ ਸਿਆਸਤ ਤੋਂ ਪ੍ਰੇਰਿਤ ਨੇ, ਪਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬਹਿ ਕੇ ਵਿਰੋਧ ਕਰ ਰਹੇ ਨੇ ਖੇਤੀ ਕਾਨੂੰਨਾਂ ਦਾ, ਉਹਨਾਂ ਦੀ ਅਗਵਾਈ ਕੌਣ ਕਰ ਰਿਹਾ? ਬਾਹਰਲੇ ਮੁਲਕਾਂ 'ਚ ਸਾਰੇ ਹੀ ਸਿਆਣੇ ਹੁੰਦੇ ਆ। ਪਹਿਲਾਂ ਤਾਂ ਇਹ ਦੱਸੋ, ਕਿੰਨੇ ਲੋਕ ਵਿਰੋਧ ਕਰ ਰਹੇ ਆ? ਇਹ ਕੋਈ ਗੱਲ ਹੈਗੀ ਹੈ ਯਾਰ? ਵਿਰੋਧ ਕਰਨ ਦਾ, ਅਸੀਂ ਸਾਡਾ ਦੇਸ਼ ਅਸੀਂ ਚਲਾਉਣਾ, ਸਾਡੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਉਹਨੇ ਕਿਸਾਨਾਂ ਦਾ ਹਿੱਤ ਦੇਖਣਾ। ਅਸੀਂ ਬਾਹਰਲਿਆਂ ਤੋਂ ਪੁੱਛ ਕੇ ਦੇਸ਼ ਚਲਾਵਾਂਗੇ? ਚਾਈਨਾ ਤੇ ਅਮਰੀਕਾ ਤੋਂ ਪੁੱਛਿਆ ਕਰਾਂਗੇ ਕੀ ਕਾਨੂੰਨ ਬਣਾਈਏ ਨਾ ਬਣਾਈਏ? ਇਹ ਗੱਲਾਂ ਨਹੀਂ ਚੱਲਣੀਆਂ। ਉਹ ਜਿਹੜੇ ਦੇਸ਼ 'ਚ ਨੇ, ਉਸ ਦੇਸ਼ ਦੇ ਇਮਾਨਦਾਰੀ ਨਾਲ ਉਸ ਦੇ ਨਾਗਰਿਕ ਬਣ ਕੇ ਰਹਿਣ। ਐਵੇਂ ਸਾਡੇ ਦੇਸ਼ 'ਚ ਨਾ ਦਖਲ ਦੇਣ ਗਲਤ। ਔਰ ਜਿਹੜੇ ਹਿੰਦੁਸਤਾਨੀ ਨੇ ਉਹ ਸਾਡੇ ਨਾਲ ਨੇ, ਉਹ ਸਾਡੀ ਸਰਕਾਰ ਦੇ ਨਾਲ ਨੇ, ਸਾਡੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਆ, ਸਾਡੀ ਸਰਕਾਰ ਦਾ ਸਤਿਕਾਰ ਹੈ। ਤਾਂ ਇਹ ਸਨ ਭਾਜਪਾ ਲੀਡਰ ਹਰਜੀਤ ਗਰੇਵਾਲ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਵਾਬ ਦਿੱਤੇ ਨੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਆਗੂ ਨੇ ਸਿਆਸਤ ਤੋਂ ਪ੍ਰੇਰਿਤ ਨੇ ਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਦਿੱਲੀ ਦੀਆਂ ਸਰਹੱਦਾਂ ਤੇ ਬਿਠਾਈ ਰੱਖਿਆ। ਸਟ੍ਰੇਟ ਟਾਕ ਦੇ ਵਿੱਚ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਨਵੇਂ ਲੀਡਰ ਦੇ ਨਾਲ ਤੇ ਨਵੇਂ ਸਵਾਲਾਂ ਦੇ ਨਾਲ। ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।